ज्ञान अंजन गुर दिया, अज्ञान अंधेर विनाश। हर कृपा ते संत भेटिया, नानक मन परगास। यही कुल ते प्रगट होए, ताहि कुल को नाम। पुन द्वादश गुरिंड को मेरी है प्रणाम। कुछक कथा लिख अपनी, सन्मुख नौरंगे। जिस पढ़ने ते जान है, मैं कीन कुटंगे। पादशाहो प्रभ ने करे, जिन धर्म दृढ़ाए। केतक गिनहो जगत में, जस धर्म कमाए। परम सत्कारयोग हाजरीन साध संगत जी, इस पावन पवित्र सचखंड दरबार की हाजरी भरते हुए दास की हाजरी प्रवान करन दे वास्ते सब माई भाई प्रेम सत्कार ना गज के आखो, धन श्री सतगुरु राम सिंह जी। धन श्री सतगुरु राम सिंह जी। आप वडभागे हो जो कि दूर नेड़े तो गुरसिੱਖੀ जीवन का प्रेम ते प्यार का सबूत देंदे हुए अपनी सारी दिहाड़ी की थकावट की ना परवाह करते हुए इस समय नूं इन्हां सवासां नूं इस संसारिक जीवन यात्रा नूं इन्हां कलयुग दीयां घोर भयानक घड़ियां नूं सफल करन दे वास्ते साध संगत के रूप च बैठ के साध संगत के दर्शन, नाम सिमरन की प्राप्ति, सतगुरु जी के हुक्म के अनुसार इन्हां मनुखी मनां नूं ज्ञान की प्राप्ति करके सफल होने के वास्ते गुरबाणी, गुरु उपदेश, गुरु इतिहास ते विचार करन दा सुभाग समा प्राप्त होया है। जदों आप हजूर पातशाह दी गुरबाणी पढ़ोगे, उपदेश सरवण करोगे, सुखमनी साहब दे विच गुरु पंचम पातशाह जी कहंदे ने, पूरा प्रभ आराध्या, पूरा जाका नाओ, नानक पूरा पाया, पूरे के गुण गाओ। साध संगत जी, जदों आप इस उपदेश नूं सुन के विचार करोगे, 4 बारी पूरा शब्द आया साध संगत जी। पूरा प्रभ आराध्या, पूरा जाका नाओ। इहदा भाव है भी संसार दे विच कोई अधूरा भी है साध संगत जी, कोई अधूरी चीज भी है। गुरु दे प्यारेओ, अधूरी चीज संसार च कोई चंगी नहीं लगती साध संगत जी। कोई भी चीज है गुरु दे प्यारेओ, तुसी अपने छकन दे वास्ते आहार खाना तैयार करते हो, उस खाने च कोई अधूरापन रह गया है, तुसा परिवार नूं आखना अज बहुत भुख लगी सी पर तूं जड़ वड़ छड्डी है। साध संगत जी, है की दाल सब्जी बनाई है। साध संगत जी, क्यों आख्या तुसा? ਉਹ ਦਾਲ सब्जी च लूण मिर्च जां ਉਹਦੇ ਰਿਝਣ ਦੇ ਵਿੱਚ ਉਹਦੇ ਪੂਰੇ ਬਣ ਚ ਸਵਾਦਿਸ਼ਟ ਨਹੀਂ ਬਣੀ, ਉਹ ਤੁਹਾਨੂੰ ਚੰਗੀ ਨਹੀਂ ਲੱਗੀ, ਉਹ ਕਿਉਂਕਿ ਉਹ ਚ ਅਧੂਰਾਪਨ ਹੈ। ਸਾਧ ਸੰਗਤ ਜੀ, ਇੱਥੇ ਹੀ ਨਹੀਂ, ਤੁਸੀਂ ਆਪਣੇ ਪਹਿਨਣ ਦੇ ਵਾਸਤੇ ਬਸਤਰ ਤਿਆਰ ਕਰਾਦੇ ਹੋ, ਆਪਣੇ ਕੱਪੜੇ ਸਿਉਂਦੇ ਹੋ ਤੁਸੀਂ, ਉਹ ਜਿਸ ਦਰਜੀ ਦੇ ਪਾਸੋਂ ਤੁਸੀਂ ਆਪਣੇ ਪਹਿਨਣ ਦੇ ਵਾਸਤੇ ਬਸਤਰ ਤਿਆਰ ਕਰਾਉਂਦੇ ਹੋ, ਜੇ ਉਸ ਦਰਜੀ ਨੇ ਤੁਹਾਡਾ ਮੇਚ ਲੈ ਕੇ ਤੇ ਐਨ ਤੁਹਾਡੇ ਫਿੱਟ ਬਸਤਰ ਤਿਆਰ ਕੀਤੇ ਨੇ, ਤੁਹਾਨੂੰ ਬੜੇ ਪਸੰਦ ਆਉਣਗੇ। ਸਾਧ ਸੰਗਤ ਜੀ,
ਜਿਹੜਾ ਵੇਖੇਗਾ ਵੀ ਇਹ ਕਿੱਥੋਂ ਸਵਾਏ ਨੇ ਤੂੰ, ਤੁਸੀਂ ਫਿਰ ਬੜੀ ਮਾਣ ਨਾਲ ਸਿਫਤ ਕਰੋਗੇ ਉਹਦੀ। ਜੇ ਉਹਨਾਂ ਚ ਕੋਈ ਅਧੂਰਾਪਨ ਆ ਗਿਆ, ਤੁਸੀਂ ਆਖਿਆ ਹਾਂ ਤੇਰੇ ਕੋਲ ਅਗਵਾਸ ਕੱਪੜੇ ਨਹੀਂ ਸਵਾਣੇ ਤੇਰੇ ਕੋਲ ਸਾਧ ਸੰਗਤ ਚ, ਕਿਉਂ ਆਖਿਆ ਤੁਸੀਂ? ਹੁਣ ਚ ਅਧੂਰਾਪਨ ਤੁਹਾਨੂੰ ਫਿੱਟ ਨਹੀਂ ਆਏ ਗੁਰੂ ਦੇ ਪਿਆਰੇ, ਤੁਸੀਂ ਦਰਜੀ ਬਦਲ ਦਿੰਦੇ ਹੋ ਸਾਧ ਸੰਗਤ ਚ, ਮੈਂ ਸਵਾਣੇ ਨਹੀਂ ਤੇਰੇ ਕੋਲ। ਇੱਥੇ ਹੀ ਨਹੀਂ, ਆਪਾਂ ਰਹਿਣ ਦੇ ਵਾਸਤੇ ਆਪਣਾ ਮਕਾਨ ਬਣਾਉਂਦੇ ਆ, ਕੋਠੀ ਕੋਈ ਬਣਾਉਂਦੇ ਹੋ। ਜਦੋਂ ਤੁਸੀਂ ਕਿਸੇ ਸੱਜਣ ਰਿਸ਼ਤੇਦਾਰ ਮਿੱਤਰ ਦੀ ਕੋਠੀ ਵੇਖੀ ਹੈ ਤੇ ਤੁਹਾਨੂੰ ਆਪਣੀ ਜਗ੍ਹਾ 'ਚ ਜਾਪਿਆ ਪਿਆ ਕਿਚਨ ਨਹੀਂ ਠੀਕ ਇਹਦਾ, ਆਹ ਰੂਮ ਨਹੀਂ ਠੀਕ ਇਹਦਾ, ਇਹਦਾ ਇਹ ਜਿਹੜਾ ਬਾਥਰੂਮ ਇਹ ਨਹੀਂ ਠੀਕ, ਤੁਸੀਂ ਆਪਣਾ ਢਾਣਾ ਸ਼ੁਰੂ ਕਰ ਦਿੰਦੇ ਹੋ। ਕਿਉਂ ਢਾਂਦੇ ਹੋ? ਤੁਹਾਨੂੰ ਆਪਣੇ ਰਹਿਣ ਵਾਲੇ ਥਾਂ 'ਚ ਕੋਈ ਅਧੂਰੀ ਗੱਲ ਜਾਪੀ ਹੈ ਸਾਧ ਸੰਗਤ 'ਚ, ਉਹਨੂੰ ਅਧੂਰੀ ਨੂੰ ਪੂਰਾ ਕਰਨ ਦੇ ਵਾਸਤੇ ਤੁਸੀਂ ਢਾਹ ਕੇ ਨਵਾਂ ਮਕਾਨ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਆਮ ਬਣੀ ਇਹ ਗੱਲ ਸੰਸਾਰ ਦੇ ਵਿੱਚ। ਇਸੇ ਤਰ੍ਹਾਂ ਕੀਰਤਨ ਬੜਾ ਹੀ ਮਿੱਠੀ ਚੀਜ਼ ਹੈ ਸਾਧ ਸੰਗਤ 'ਚ। ਆਹ ਕੀਰਤਨ ਜਦ ਤੁਸੀਂ ਸੁਣਦੇ ਹੋ ਬੜੀ ਮਿੱਠੀ ਚੀਜ਼ ਹੈ, ਪਰ ਜੇ ਉਹ ਕੀਰਤਨ ਕਰਦਿਆਂ ਕਰਦਿਆਂ ਕੀਰਤਨ ਕਰਨ ਵਾਲਾ ਬੇਤਾਲ ਹੋ ਜਾਏ ਤੇ ਉਹ 'ਚ ਅਧੂਰਾਪਣ ਆ ਗਿਆ, ਤੁਹਾਨੂੰ ਚੰਗਾ ਨਹੀਂ ਲੱਗਣਾ ਸਾਧ ਸੰਗਤ 'ਚ। ਭਾਵੇਂ ਗੁਰਬਾਣੀ ਪੜ੍ਹਦਾ ਪਿਆ ਹੋ, ਭਾਵੇਂ ਕੀਰਤਨ ਕਰਦਾ ਪਿਆ, ਪਰ ਤੁਹਾਨੂੰ ਜਾਪਿਆ ਵੀ ਇਹ ਚੰਗਾ ਨਹੀਂ, ਇਹ ਬੇਤਾਲ ਹੋ ਗਿਆ, ਬੇਸੁਰ ਹੋ ਗਿਆ, ਤੁਹਾਨੂੰ ਚੰਗਾ ਨਹੀਂ ਲੱਗਾ ਸਾਧ ਸੰਗਤ 'ਚ। ਕੋਈ ਗੁਰਬਾਣੀ ਪੜ੍ਹਦਾ ਪਿਆ, ਕਿੱਡੀ ਪਿਆਰੀ ਚੀਜ਼ ਹੈ ਗੁਰਬਾਣੀ ਸਾਧ ਸੰਗਤ 'ਚ, ਕਿੱਡੀ ਮਿੱਠੀ ਚੀਜ਼ ਹੈ। ਜੇ ਉਹ ਗੁਰਬਾਣੀ ਪੜ੍ਹਦਿਆਂ ਕੱਢਦਿਆਂ ਕੋਈ ਲਗ ਮਾਤਰ ਛੱਡ ਗਿਆ, ਉਹ ਚੰਗੀ ਨਹੀਂ ਲੱਗਣੀ ਸਾਧ ਸੰਗਤ 'ਚ, ਭਾਵੇਂ ਉਹ ਗੁਰਬਾਣੀ ਹੈ। ਅੱਗੇ ਗੱਲ ਆ ਗਈ ਹੈ, ਦਸਮੇਸ਼ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਭਾਗ ਲਾ ਰਹੇ ਨੇ ਸਾਧ ਸੰਗਤ 'ਚ। ਜਿਹੜੇ ਸੱਜਣ ਪੜ੍ਹਨ ਵਾਲੇ ਨੇ ਗੁਰਬਾਣੀ, ਦੱਖਣੀ ਓਂਕਾਰ ਦੇ ਵਿੱਚ ਇੱਕ ਪਾਠ ਹੁੰਦਾ ਹੈ, ਕਰਤੇ ਕੀ ਮਿਤ ਕਰਤਾ ਜਾਣੈ ਤੇ ਕਹਿ ਜਾਣੈ ਗੁਰ ਸੂਰਾ। ਉਹ ਜਿਹੜੇ ਕਰਤੇ ਦੀ ਰਚਨਾ ਹੈ, ਉਹ ਜਾਂ ਉਹ ਅਕਾਲ ਪੁਰਖ ਜਾਣਦਾ ਤੇ ਜਾਂ ਜਿਹੜਾ ਸਮਰੱਥ ਹੈ ਪੂਰਾ ਸਤਿਗੁਰੂ ਉਹ ਜਾਣਦਾ ਸਾਧ ਸੰਗਤ 'ਚ। ਇਹਦਾ ਅਰਥ ਬਹੁਤ ਹੈ ਗੁਰੂ ਦੇ ਪਿਆਰੇ। ਉਹ ਸਿੱਖ ਆਪਣੇ ਬੜੇ ਰੰਗ 'ਚ ਪੜ੍ਹਦਾ ਸੀ ਪਿਆ, ਬੜੇ ਸਵਾਦ 'ਚ ਪੜ੍ਹਦਾ ਸੀ ਪਿਆ। ਉਹ ਕੀ ਪੜ੍ਹਦਾ ਸੀ ਪਿਆ? ਕਰਤੇ ਕੀ ਮਿਤ ਕਰਤਾ ਜਾਣੇ ਕੇ ਜਾਣੈ ਗੁਰ ਸੂਰਾ। ਇੱਕ ਲੱਗ ਜਿਹੜੀ ਸੀ ਨਾ ਕੈ ਤੇ ਕੇ, ਇੱਕ ਲੱਗ ਚੜ ਗਿਆ ਸਾਧ ਸੰਗਤ 'ਚ। ਦਸਮੇਸ਼ ਪਾਤਸ਼ਾਹ ਨੇ ਇੱਕ ਦਿਨ ਵੇਖਿਆ, ਦੋ ਦਿਨ ਵੇਖਿਆ, ਆਪਣੇ ਪ੍ਰੇਮ ਦੇ ਵਿੱਚ ਮਗਨ ਹੈ ਗੁਰੂ ਦੇ ਪਿਆਰੇ, ਮਗਨ ਹੈ ਸਾਧ ਸੰਗਤ 'ਚ। ਇੱਕ ਦਿਨ ਉਹ ਪਾਠ ਕਰਦਾ ਪਰ ਦਸਮੇਸ਼ ਪਾਤਸ਼ਾਹ ਬਰਦਾਸ਼ਤ ਨਾ ਕਰ ਸਕੇ ਸਾਧ ਸੰਗਤ 'ਚ। ਨਾਲ ਦੇ ਸਿੱਖ ਨੂੰ 5-7 ਚਪੇੜਾ ਮਾਰ ਜਾ ਕੇ ਜਾ, ਉਹਨੇ ਧਰ ਦਿੱਤੀਆਂ ਜਾ ਕੇ। ਉਹ ਰੋਣ ਲੱਗ ਪਿਆ। ਉਹ ਸਿੱਖ ਉੱਠ ਕੇ ਨਾ ਦਸਮੇਸ਼ ਪਾਤਸ਼ਾਹ ਦੇ ਪਾਸ ਆ ਗਿਆ, ਕਹਿੰਦਾ ਸੱਚੇ ਪਾਤਸ਼ਾਹ। ਸਾਹਿਬ ਕਹਿੰਦੇ ਨੇ ਕੀ ਭਾਈ ਗੁਰਮੁਖਾ ਦੱਸੋ? ਆ ਤੁਹਾਡੀ ਬਾਣੀ ਪੜ੍ਹਦੇ ਆ, ਇੱਥੇ ਚਪੇੜਾਂ ਪੈਂਦੀਆਂ ਪੈਂਦੇ, ਗਾਹ ਸਾਨੂੰ ਕਿਹੜੇ ਹਾਰ ਪੈਣ ਲੱਗੇ ਨੇ ਫਿਰ ਜਿੱਥੇ ਚਪੇੜਾਂ ਪੈਂਦੀਆਂ ਨੇ ਪਈਆਂ ਤੇ। ਗੁਰੂ ਗੋਬਿੰਦ ਸਿੰਘ ਤੈਨੂੰ ਅੱਜ ਪੈਂ, ਸਾਨੂੰ ਰੋਜ਼ ਹੀ ਮਾਰਨਾ, ਤੂੰ ਸਾਨੂੰ ਪੜਿਆ ਪਤਾ ਲੱਗੇਗਾ ਸਾਧ ਸੰਗਤ, ਤੈਨੂੰ ਅੱਜ ਪਈਆਂ ਨੇ, ਤੂੰ ਸਾਨੂੰ ਰੋਜ਼ ਹੀ ਮਾਰਨਾ, ਤੂੰ ਨਾ ਮਾਰਾ ਇਹ ਨਾ ਗੱਲ ਆਖੋ, ਇਹ ਨਾ ਗੱਲ ਆਖੋ। ਕਹਿੰਦੇ ਨਹੀਂ ਤੂੰ ਰੋਜ਼ ਹੀ ਮਾਰਨਾ। ਇਹ ਕਿਸ ਤਰ੍ਹਾਂ? ਇਹ ਤੂੰ ਅਨਰਥ ਬਾਣੀ ਪੜ੍ਹਨਾ ਪਿਆ। ਕਰਤੇ ਕੀਮਤ ਕਰਤਾ ਜਾਣਾ, ਕਹਿ ਜਾਣਾ ਗੁਰਸੂਰਾ, ਕੇ ਜਾਣਾ ਨਹੀਂ ਸੂਰਾ। ਇਹ ਉਹਨੂੰ ਸਾਰੇ ਜਿਹੜੇ ਗੁਰਬਾਣੀ ਦਾ ਸ਼ੁੱਧ ਪਾਠ ਕਰਦੇ ਸੁਣਨ ਵਾਲੇ ਨੇ ਸਾਧ ਸੰਗਤ 'ਚ। ਆ ਤੁਸੀਂ ਵੇਖਿਆ ਨਾ, ਸ੍ਰੀ ਭੈਣੀ ਸਾਹਿਬ ਜਾਂਦੇ ਹੋ ਜਾਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਦੇ ਹੋ, ਰਾਗੀ ਮਾੜਾ ਜਿਹਾ ਇੱਧਰ ਉੱਧਰ ਹੁੰਦੇ ਨੇ, ਉਦੋਂ ਸੱਚੇ ਪਾਤਸ਼ਾਹ ਕਹਿੰਦੇ ਨੇ ਇੱਧਰ ਹੋ ਬਈ, ਇਹ ਕੰਮ ਕਰ। ਉਹਨੂੰ ਸੁਰ ਆਪਾਂ ਨੂੰ ਗਿਆਨ ਇਸ ਗੱਲ ਦਾ ਸਾਧ ਸੰਗਤ 'ਚ। ਮੈਂ ਬੇਨਤੀ ਇਹ ਕਰਦਾ ਸਾਂ ਪਿਆ, ਭਾਵ ਗੁਰਬਾਣੀ ਕਿੰਨੀ ਮਿੱਠੀ ਚੀਜ਼ ਹੈ ਸਾਧ ਸੰਗਤ 'ਚ। ਜੇ ਇਹ ਵੀ ਆਪਾਂ ਇਹ 'ਚ ਅਧੂਰਾਪਣ ਆ ਗਿਆ ਨਾ, ਇਹ ਵੀ ਚੰਗੀ ਨਹੀਂ ਲੱਗਦੀ ਸਾਧ ਸੰਗਤ 'ਚ। ਕੋਈ ਕਥਾ ਕਰਦਾ ਪਿਆ, ਉਹਨੇ ਸਮੇਂ ਦੇ ਅਨੁਸਾਰ ਜਾਇਜ਼ ਪ੍ਰਮਾਣ ਨਹੀਂ ਦਿੱਤਾ, ਐਗਜ਼ਾਮਪਲ ਨਹੀਂ, ਸਮੇਂ ਦੇ ਅਨੁਸਾਰ ਨਹੀਂ ਦਿੱਤੀ ਗੱਲ। ਕੋਈ ਚੱਲਦੀ ਤਾਂ ਐਗਜ਼ਾਮਪਲ ਕੋਈ ਦਿੰਦਾ ਪਿਆ ਸਾਧ ਸੰਗਤ 'ਚ। ਸਰੋਤੇ ਆਖਣੇ ਕੀ ਕਰਦਾ ਪਿਆ, ਪ੍ਰਕਰਨ ਕੋਈ ਚੱਲਦਾ ਪਿਆ ਤੇ ਗੱਲ ਕਿਸੇ ਪਾਸੇ ਦੀ ਕਰਦਾ ਪਿਆ, ਚੰਗਾ ਨਹੀਂ ਲੱਗਣਾ ਸਾਧ ਸੰਗਤ 'ਚ। ਮੈਂ ਬੇਨਤੀ ਇਹ ਕਰਨੀ ਚਾਹੁੰਦਾ ਪਿਆ, ਜੇ ਸੱਜਣੋ ਆਹਾਰ ਖਾਣਾ ਲੰਗਰ ਦੇ ਵਿੱਚ ਅਧੂਰਾਪਣ ਆ ਗਿਆ, ਉਹ ਚੰਗਾ ਨਹੀਂ ਲੱਗਾ ਸਾਧ ਸੰਗਤ 'ਚ। ਜੇ ਬਸਤਰ ਸਿਉਣ 'ਚ ਅਧੂਰਾਪਣ ਆ ਗਿਆ, ਉਹ ਚੰਗੇ ਨਹੀਂ ਲੱਗੇ ਸਾਧ ਸੰਗਤ 'ਚ।
ਜੇ ਤੁਹਾਡੇ ਰਹਿਣ ਦੇ ਮਕਾਨ ਦੇ ਵਿੱਚ ਕਿਸੇ ਕੋਠੀ ਦੇ ਵਿੱਚ ਅਧੂਰਾਪਨ ਆ ਗਿਆ, ਚੰਗਾ ਨਹੀਂ ਲੱਗਾ ਸਾਧ ਸੰਗਤ ਜੀ। ਜੇ ਕਥਾ ਕੀਰਤਨ ਰਾਗ ਦੇ ਵਿੱਚ ਕੋਈ ਅਧੂਰਾਪਨ ਆ ਗਿਆ, ਕੋਈ ਬੇਸੁਰ ਹੋ ਗਿਆ, ਕੋਈ ਬੇਤਾਲ ਹੋ ਗਿਆ, ਚੰਗਾ ਨਹੀਂ ਲੱਗਾ। ਤੇ ਸੱਜਣੋ, ਜੇ ਇਹ ਚੀਜ਼ਾਂ ਅਧੂਰੀਆਂ ਚੰਗੀਆਂ ਨਹੀਂ ਲੱਗਦੀਆਂ ਤੇ ਮਨੁੱਖ ਅਧੂਰਾ ਚੰਗਾ ਲੱਗਦਾ। ਫਿਰ ਸਾਧ ਸੰਗਤ ਚ ਮਨੁੱਖ ਹੀ ਅਧੂਰਾ ਚੰਗਾ ਨਹੀਂ ਲੱਗਦਾ। ਗੁਰੂ ਦੇ ਪਿਆਰਿਓ, ਉਸ ਅਧੂਰੇਪਨ ਨੂੰ ਦੂਰ ਕਰਨ ਦੇ ਵਾਸਤੇ ਆਪਾਂ ਗੁਰੂ ਦਾ ਜਸ ਕਰਨੇ ਆ ਪਏ ਸਾਧ ਸੰਗਤ ਚ। ਆਹ ਸਤਿਗੁਰ ਦਾ ਜਸ, ਆਹ ਸਤਸੰਗ ਕਾਹਦੇ ਵਾਸਤੇ ਕਰਨੇ ਆ ਪਏ? ਉਹ ਜਿਹੜਾ ਨਾ ਆਪਣੇ ਵਿੱਚ ਅਧੂਰਾਪਨ, ਉਹਨੂੰ ਆਪਾਂ ਦੂਰ ਕਰ ਦਈਏ ਸਾਧ ਸੰਗਤ ਚ, ਉਹਨੂੰ ਆਪਾਂ ਪੂਰਾ ਕਰ ਦਈਏ ਗੁਰੂ ਦੇ ਪਿਆਰਿਓ। ਇਸ ਵਾਸਤੇ ਆਪ ਸਾਰੇ ਸੱਜਣਾਂ ਦੇ ਚਰਨਾਂ 'ਚ ਬੇਨਤੀ ਹੈ, ਅੱਜ ਤੁਹਾਡੇ ਸਾਹਮਣੇ ਦਸਮੇਸ਼ ਪਾਤਸ਼ਾਹ ਜੀ ਦਾ ਪ੍ਰਕਰਨ ਚੱਲਦਾ ਪਿਆ ਸਾਧ ਸੰਗਤ 'ਚ। ਉਹਦੀ ਉਥਾਣ ਕੇ ਮੈਂ ਤੁਹਾਡੇ ਚਰਨਾਂ 'ਚ ਰੱਖ ਦਿੱਤੀ ਸੀ। ਇੱਕ ਜਿਹਨੂੰ ਕਹਿੰਦੇ ਨੇ ਸ਼ਤਰੂ ਤੇ ਜਿੱਤ, ਸ਼ਤਰੂ ਦੁਸ਼ਮਣ ਤੇ ਜਿੱਤ ਸਾਧ ਸੰਗਤ 'ਚ। ਜਿੱਤ ਦੀ ਚਿੱਠੀ, ਜਫਰਨਾਮਾ ਫਾਰਸੀ ਦਾ ਸ਼ਬਦ ਸਾਧ ਸੰਗਤ 'ਚ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਰੰਗ ਸੇਬ ਤੁਰਾ ਤੁਰ ਕੋ ਬਾਸੀ ਵ ਮਕਰੋ ਰਿਆ ਤੇ ਮਰਾ ਚੜਾ ਸਾਜੀ ਵ ਸਿੱਧ ਕੋ ਸਫਾ। ਸਾਧ ਸੰਗਤ ਜੀ ਕਮਾਲ ਕਰ ਦਿੱਤੀ ਦਸਮੇਸ਼ ਪਾਤਸ਼ਾਹ ਨੇ। ਕਹਿੰਦੇ ਨੇ ਰੰਗ ਸੇਬ ਸਾਰੇ ਸੰਸਾਰ ਦੀ ਦੌੜ ਲੱਗਦੀ ਹੈ ਪਈ ਸਾਧ ਸੰਗਤ ਚ। ਸਭ ਧਿਆਨ ਮਾਰੋ ਆਪੋ ਆਪਣੇ ਅੰਦਰ ਗੁਰੂ ਦੇ ਪਿਆਰਿਓ, ਸਭ ਦੌੜ ਲੱਗਦੀ ਹੈ ਪਈ, ਬੜੀ ਜ਼ਬਰਦਸਤ ਦੌੜ ਹੈ ਸਾਧ ਸੰਗਤ ਚ। ਰੰਗ ਸੇਬ ਨੂੰ ਉਪਦੇਸ਼ ਕਰਦੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਰੰਗ ਸੇਬ ਉਹ ਸਾਰੇ ਸੰਸਾਰ ਦੀ ਦੌੜ ਨਹੀਂ, ਤੇਰੀ ਵੀ ਲੱਗਦੀ ਮੇਰੀ ਵੀ ਲੱਗਦੀ ਹੈ ਪਈ ਸਾਧ ਸੰਗਤ ਚ। ਸਵਾਦ ਇਹ ਗੱਲ ਹੈ ਨਾ, ਤੇਰੀ ਵੀ ਲੱਗਦੀ ਹੈ ਪਈ ਤੇ ਮੇਰੀ ਵੀ ਲੱਗਦੀ ਪਈ ਦੌੜ ਸਾਧ ਸੰਗਤ ਚ। ਪਰ ਰੰਗ ਸੇਬ ਉਹ ਜਿਹੜੀ ਤੇਰੀ ਦੌੜ ਹੈ ਉਹ ਛਲ ਤੇ ਕਪਟ ਦੀ ਹੈ ਸਾਧ ਸੰਗਤ ਚ। ਜਿਹੜੀ ਮੇਰੀ ਦੌੜ ਹੈ ਸਿਦਕ ਤੇ ਇਮਾਨ ਦੀ ਹੈ ਸਾਧ ਸੰਗਤ ਚ। ਦੌੜ ਸਭ ਦੀ ਲੱਗਦੀ ਪਈ ਗੁਰੂ ਦੇ ਪਿਆਰੇ, ਸਭ ਧਿਆਨ ਦੇਣਾ ਮੇਰੀ ਗੱਲ ਦਾ। ਸਾਰਾ ਸੰਸਾਰ ਦੌੜ ਲਾਂਦਾ ਪਿਆ। ਇੱਕ ਉਹਨਾਂ ਦੀ ਦੌੜ ਏ ਜਿਨ੍ਹਾਂ ਨੇ ਧਨ ਵੀ ਕਮਾ ਲੈਣਾ ਹੈ, ਮੁਕਤੀ ਵੀ ਲੈ ਲੈਣੀ ਹੈ ਤੇ ਸੰਸਾਰ ਤੇ ਸੁਖ ਵੀ ਲੈ ਲੈਣੇ ਨੇ ਸਾਧ ਸੰਗਤ ਚ। ਇੱਕ ਉਹ ਦੌੜ ਲਾਉਂਦੇ ਨੇ ਪਏ ਗੁਰੂ ਦੇ ਪਿਆਰੇ। ਇੱਕ ਸਿਰਫ ਦੌੜ ਉਹ ਹੈ ਧਨ ਕਮਾਣਾ ਤੇ ਵਿਸ਼ਿਆਂ ਵਿਕਾਰਾਂ ਚ ਪੈ ਕੇ ਆਪਣੀ ਜ਼ਿੰਦਗੀ ਬਰਬਾਦ ਵੀ ਕਰ ਜਾਣੀ ਹੈ ਸਾਧ ਸੰਗਤ ਚ। ਦੌੜ ਉਹ ਵੀ ਲਾਉਂਦੇ ਨੇ ਪਏ ਗੁਰੂ ਦੇ ਪਿਆਰੇ, ਦੌੜ ਹੈ ਸਾਧ ਸੰਗਤ ਚ। ਇਸ ਵਾਸਤੇ ਰੰਗ ਸੇਬ ਨੂੰ ਮੁਖਾਤਬ ਕਰਦੇ ਨੇ। ਇਹਦੇ ਵਿੱਚੋਂ ਦਾਸ ਪ੍ਰਾਰਥਨਾ ਕਰੇਗਾ ਆਪ ਸੱਜਣਾ ਦੇ ਚਰਨਾਂ ਦੇ ਵਿੱਚ ਜੋੜੋ ਮਨਾਂ ਨੂੰ। ਬਹੁਤ ਵੱਡਾ ਭਾਰੀ ਉਪਦੇਸ਼ ਕਲਗੀਧਰ ਪਾਤਸ਼ਾਹ ਦਾ ਸਾਧ ਸੰਗਤ ਚ। ਕਿਸ ਤਰ੍ਹਾਂ ਦਾ? ਜਦੋਂ ਕਿ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਇਥੋਂ ਹੁਣ ਦੀਨੇ ਪਿੰਡ ਤੋਂ ਚੱਲੇ ਨੇ ਸਾਧ ਸੰਗਤ ਚ। ਦੀਨੇ ਪਿੰਡ ਤੋਂ ਦਿੱਲੀ ਪਹੁੰਚਣਗੇ ਸਾਧ ਸੰਗਤ ਚ। ਦਿੱਲੀ ਮੇਲ ਨਹੀਂ ਹੋਇਆ ਗੁਰੂ ਦੇ ਪਿਆਰੇ, ਇਹ ਔਰੰਗਾਬਾਦ ਚਲਾ ਗਿਆ ਸੀ। ਇਹ ਜਦੋਂ ਔਰੰਗਾਬਾਦ ਚਲਾ ਗਿਆ, ਇਹ ਭਾਈ ਦਇਆ ਸਿੰਘ ਦੇ ਭਾਈ ਧਰਮ ਸਿੰਘ ਔਰੰਗਾਬਾਦ ਪਹੁੰਚੇ ਨੇ ਗੁਰੂ ਦੇ ਪਿਆਰੇ ਆਪਣੇ ਸਤਿਗੁਰੂ ਦਾ ਬਚਨ ਪੂਰਾ ਕਰਨ ਦੇ ਵਾਸਤੇ। ਫਿਰ ਨਹੀਂ ਮੇਲ ਹੋਇਆ। ਇਹ ਅਹਿਮਦਾਨਗਰ ਚਲਾ ਗਿਆ ਸਾਧ ਸੰਗਤ ਚ। ਉੱਥੇ ਜਾ ਕੇ ਮੇਲ ਹੋ ਗਿਆ ਗੁਰੂ ਦੇ ਪਿਆਰੇ। ਜਦੋਂ ਮੇਲ ਹੋਇਆ ਬੜੀ ਮੁਸ਼ਕਲ ਦੇ ਨਾਲ ਸਾਧ ਸੰਗਤ ਚ, ਬੜੀ ਮੁਸ਼ਕਲ ਦੇ ਨਾਲ ਮੇਲ ਹੋਇਆ, ਕਿਉਂਕਿ ਹਰੇਕ ਜਗ੍ਹਾ ਤੇ ਕਪਟੀ ਤੇ ਛਲੀ ਬੰਦੇ ਮਿਲ ਜਾਂਦੇ ਨੇ ਸਾਧ ਸੰਗਤ ਜੀ। ਈਰਖਾ ਤੇ ਦੁਬਦਾ ਦੇ ਮਾਰੇ ਬੰਦੇ ਮਿਲ ਜਾਂਦੇ ਨੇ ਗੁਰੂ ਦੇ ਪਿਆਰਿਓ। ਜਦੋਂ ਉਹਨਾਂ ਨੇ ਆਖਣਾ ਨਾ ਸਾਧ ਰੰਗ ਸਾਹਿਬ ਨਾਲ ਮੇਲ ਕਰਨਾ ਹੈ, ਉਹ ਗਾਹ ਹੀ ਨਾ ਜਾਣਦੇ ਨੇ, ਅੱਗੇ ਨਾ ਜਾਣਦੇ ਸਾਧ ਸੰਗਤ ਚ। ਫਿਰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਨੇ ਸਾਹਿਬ ਦਸਮੇਸ਼ ਪਾਤਸ਼ਾਹ ਨੂੰ ਉੱਥੋਂ ਪੱਤਰਕਾਰ ਲਿਖੀ ਅਹਿਮਦਾਨਗਰ ਤੋਂ, ਗੁਰੂ ਦੇ ਪਿਆਰੇ ਸੱਚੇ ਪਾਤਸ਼ਾਹ ਸਾਡੀ ਕੋਈ ਪੇਸ਼ ਨਹੀਂ ਜਾਂਦੀ, ਇੱਥੇ ਬੜੇ ਕਪਟੀ ਬੰਦੇ ਨੇ, ਬੜੇ ਛਲੀ ਬੰਦੇ ਨੇ, ਸਾਨੂੰ ਗਾਹ ਹੀ ਨਹੀਂ ਜਾਣ ਦਿੰਦੇ ਪਏ। ਜਦੋਂ ਦਸਮੇਸ਼ ਪਾਤਸ਼ਾਹ ਨੂੰ ਪੱਤਰਕਾਰ ਮਿਲੀ ਨਾ, ਉਹਦੇ ਪਿਛਲੇ ਪਾਸੇ ਲਿਖਤਾ ਦਸਮੇਸ਼ ਪਾਤਸ਼ਾਹ ਨੇ ਦੂਤ ਨੂੰ ਦੇ ਕੇ ਆਖਿਆ ਭੇਜਿਆ, ਜਾਓ ਜਾ ਕੇ ਦਇਆ ਸਿੰਘ ਦੇ ਦਿਓ, ਅੱਗੇ ਤੇ ਤੁਹਾਨੂੰ ਜਿਹੜੇ ਜਾਣਿਆ ਦਿੰਦੇ ਤੁਹਾਨੂੰ ਆਪਣੇ ਆਪ ਬੁਲਾਏਗਾ। ਹੁਣ ਸਾਧ ਸੰਗਤ ਚ ਆਹ ਗੁਰੂ ਕਰਦਾ ਗੁਰੂ ਦੇ ਪਿਆਰੇ, ਤੁਹਾਨੂੰ ਆਪਣੇ ਆਪ ਬੁਲਾਏਗਾ ਸਾਧ ਸੰਗਤ ਚ। ਸਜਣੋ, ਜਦੋਂ ਫਿਰ ਦਸਮੇਸ਼ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਪੱਤਰਕਾਰ ਮਿਲੀ, ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਅੰਦਰ ਚਲੇ ਗਏ, ਦਰਬਾਰ ਚ ਹਾਜ਼ਰ ਹੋ ਗਏ। ਕਹਿੰਦੇ ਤੁਸੀਂ ਕੌਣ ਹੋ? ਕਹਿੰਦੇ ਅਸੀਂ ਗੁਰੂ ਦੇ ਸਿੱਖ ਹਾਂ ਸਾਧ ਸੰਗਤ ਚ। ਸਜਣੋ, ਇਸਲਾਮ ਦਾ ਦਰਬਾਰ ਹੋਵੇ, ਉੱਥੇ ਜਾ ਕੇ ਆਖਣਾ ਗੁਰੂ ਦੇ ਸਿੱਖ ਹਾਂ ਅਸੀਂ। ਤਗੜੇ ਹੋਇਆ ਕਰੋ ਆਪਣੇ ਧਰਮ ਦੀ ਸਾਧ ਸੰਗਤ ਚ, ਆਪਣੀ ਸਿੱਖ ਜੀ ਤਗੜੇ ਰਿਹਾ ਕਰੋ ਗੁਰੂ ਦੇ ਪਿਆਰੇ। ਕਹਿੰਦੇ ਉਹ ਸਿੱਖਾ, ਉਹ ਇਸ ਇਸਲਾਮ ਦੇ ਦਰਬਾਰ ਚ ਤੇਰੀ ਆਖਣ ਦੀ ਕੀ ਤਾਕਤ ਪਈ ਹੈ ਵੀ ਅਸੀਂ ਗੁਰੂ ਦੇ ਸਿੱਖ ਹਾਂ? ਤੁਹਾਡਾ ਗੁਰੂ ਕਿੱਥੇ ਰਹਿੰਦਾ ਹੈ? ਕਿਉਂਕਿ
ਕਦੇ ਸਿੱਖਾਂ ਦਾ ਜੀਵਨ ਸੀ ਜੰਗਲਾਂ ਦੇ ਵਿੱਚ ਸਾਧ ਸੰਗਤ 'ਚ, ਘੋੜਿਆਂ ਤੇ ਸੌਣਾ, ਘੋੜਿਆਂ ਤੇ ਖਾਣਾ, ਘੋੜਿਆਂ ਤੇ ਆਪਣਾ ਜੀਵਨ ਬਤੀਤ ਕਰਨਾ। ਮੈਦਾਨੇ ਜੰਗ ਦੇ ਇਹੋ ਜਿਹੇ ਸਮੇਂ ਸਨ ਤੁਹਾਡੇ ਤੇ ਸਾਧ ਸੰਗਤ 'ਚ। ਜਦੋਂ ਰੰਗ ਸੇਬ ਨੇ ਆਖਿਆ ਤੇ ਭਾਈ ਦਇਆ ਸਿੰਘ ਕਹਿੰਦਾ, ਰੰਗ ਸੇਬ ਓਏ ਮੇਰਾ ਗੁਰੂ ਤੇਰੇ ਤੇ ਮੇਰੇ ਵਿਚਕਾਰ ਖਲੋਤਾ। ਸਾਧ ਸੰਗਤ 'ਚ ਗੁਰੂ ਨੂੰ ਹਾਜ਼ਰ ਨਾਜ਼ਰ ਸਮਝਿਆ ਕਰੋ। ਸਾਧ ਸੰਗਤ 'ਚ ਜੇ ਆਪਾਂ ਨੇ ਕੋਈ ਪ੍ਰਾਪਤੀ ਕਰਨੀ ਹੈ, ਆਪਣੇ ਸਤਿਗੁਰੂ ਨੂੰ ਆਪਣੇ ਹਾਜ਼ਰ ਨਾਜ਼ਰ ਸਮਝੋ। ਭਾਵ ਕਹਿੰਦਾ ਉਹ ਸਿੱਖਾ ਓਏ ਮੈਂ ਅੱਗੇ ਵੀ ਗੱਲ ਸੁਣੀ ਹੈ ਭਈ ਗੁਰੂ ਦੇ ਵਿੱਚ ਤੇ ਗੁਰੂ ਦੇ ਸਿੱਖਾਂ 'ਚ ਕਰਾਮਾਤ ਬੜੀ ਹੈ, ਸ਼ਕਤੀ ਬੜੀ ਹੈ। ਭਾਈ ਦਇਆ ਸਿੰਘ ਮੁਸਕਰਾ ਪਿਆ, ਹੱਸ ਪਿਆ। ਉਹਨੂੰ ਹੋਰ ਗੁੱਸਾ ਚੜ ਗਿਆ। ਕਹਿੰਦਾ ਓਏ ਇਹ ਮਸ਼ਕਰਿਆਂ ਦਾ ਦਰਬਾਰ ਹੈ, ਇਹ ਤੇ ਹਿੰਦੁਸਤਾਨ ਦੇ ਬਾਦਸ਼ਾਹ ਰੰਗ ਸੇਬ ਦਾ ਦਰਬਾਰ ਹੈ, ਤੇ ਤੈਨੂੰ ਆਪਣੀ ਜਾਨ ਨਹੀਂ ਚਾਹੀਦੀ? ਤੇਰਾ ਹੱਸਣ ਦਾ ਕੀ ਕਾਰਨ ਹੈ? ਭਾਈ ਦਇਆ ਸਿੰਘ ਕਹਿੰਦਾ, ਰੰਗ ਸੇਬ ਹਜ਼ਰਤ ਬਾਦਸ਼ਾਹ ਤੂੰ ਗੱਲ ਹਾਸੇ ਵਾਲੀ ਕੀਤੀ ਹੈ, ਤੂੰ ਗੱਲ ਹਾਸੇ ਵਾਲੀ ਕੀਤੀ ਹੈ। ਕਹਿੰਦਾ ਮੈਂ ਕਿਹੜੀ ਹਾਸੇ ਵਾਲੀ ਕੀਤੀ ਹੈ? ਮੈਂ ਤੇ ਆਖਿਆ ਵੀ ਮੈਂ ਗੱਲ ਸੁਣੀ ਹੈ ਭਈ ਗੁਰੂ ਦੇ ਵਿੱਚ ਤੇ ਗੁਰੂ ਦੇ ਸਿੱਖਾਂ 'ਚ ਬੜੀ ਕਰਾਮਾਤ ਸ਼ਕਤੀ ਸੁਣੀ ਹੈ, ਤੇ ਮੈਂ ਉਹ ਤੈਨੂੰ ਗੱਲ ਆਖੀ ਹੈ, ਪੁੱਛੀ ਹੈ ਤੈਨੂੰ। ਦਇਆ ਸਿੰਘ ਕਹਿੰਦਾ ਇਸੇ ਗੱਲ ਤੋਂ ਮੈਂ ਮੁਸਕਰਾ ਪਿਆ। ਓਏ ਹਜ਼ਰਤ ਬਾਦਸ਼ਾਹ ਓਏ ਗੁਰੂ ਦੇ ਵਿੱਚ ਤੇ ਗੁਰੂ ਦੇ ਸਿੱਖਾਂ ਵਿੱਚ ਕੀ, ਗੁਰੂ ਦੇ ਕੁੱਤਿਆਂ ਵਿੱਚ ਹੀ ਕਰਾਮਾਤ ਹੈ। ਸਾਧ ਸੰਗਤ 'ਚ ਗੁਰੂ ਦੇ ਕੁੱਤਿਆਂ ਵਿੱਚ ਹੀ ਕਰਾਮਾਤ ਹੈ। ਹੋਰ ਹੈਰਾਨ ਹੋ ਗਿਆ, ਹੋਰ ਗੁੱਸਾ ਚੜ ਗਿਆ। ਕਹਿੰਦਾ ਉਹ ਸਿੱਖਾ ਤੇਰੀ ਮੌਤ ਇੱਥੇ ਲੈ ਜੇ ਤੈਨੂੰ। ਇਸ ਤਰ੍ਹਾਂ ਕਰ, ਜੇ ਤੇ ਇਸ ਗੱਲ ਨੂੰ ਸਾਬਤ ਕਰ ਦੇਗਾ ਤੇ ਤੈਨੂੰ ਇੱਥੋਂ ਛੱਡ ਦਿਆਂਗਾ, ਨਹੀਂ ਤੇ ਬਸ ਇੱਥੇ ਤੈਨੂੰ ਕਤਲ ਕਰਕੇ ਤੋਰਾਂਗਾ। ਗੁਰੂ ਦੇ ਪਿਆਰੇ ਭਾਈ ਦਇਆ ਸਿੰਘ ਨੇ ਧਰਮ ਨੂੰ ਇਸ਼ਾਰਾ ਕੀਤਾ, ਜਾ ਜੇ ਕੁੱਤਾ ਇੱਕ ਲੈ ਕੇ ਆ। ਉਹ ਕੁੱਤਾ ਲੈ ਗਿਆ। ਸਾਧ ਸੰਗਤ 'ਚ ਸ਼ਿਕਾਰੀ ਕੁੱਤਾ ਸੀ ਗੁਰੂ ਦੇ ਪਿਆਰੇ। ਕਹਿੰਦੇ ਨੇ ਜਦੋਂ ਦਰਬਾਰ 'ਚ ਹਾਜ਼ਰ ਹੋ ਗਿਆ ਨਾ, ਭਾਈ ਧਰਮ ਸਿੰਘ ਲੱਗ ਚਲ ਗਏ ਤੇ ਦਇਆ ਸਿੰਘ ਕਹਿੰਦਾ, ਰੰਗ ਸੇਬ ਕੁੱਤਾ ਆ ਗਿਆ। ਕਹਿੰਦਾ ਇਹਨੂੰ ਆਖ ਕਰਾਮਾਤ ਵਿਖਾਵੇ ਕੋਈ, ਇਹ ਗੱਲ ਸਿੱਧ ਕਰੇ। ਭਾਈ ਦਇਆ ਸਿੰਘ ਕੁੱਤੇ ਨੂੰ ਕਹਿੰਦੇ ਨੇ, ਆ ਕੂਕਰ ਹਿੰਦੁਸਤਾਨ ਦਾ ਬਾਦਸ਼ਾਹ ਇਸ ਵੇਲੇ ਗੁਮਾਨ 'ਚ ਆ ਚੁੱਕਿਆ, ਹੰਕਾਰ 'ਚ ਆ ਚੁੱਕਿਆ। ਤਾਂ ਹੰਕਾਰ ਤੋੜਦੇ ਨੂੰ ਦੱਸ ਦੇ ਗੁਰੂ ਦੇ ਕੁੱਤੇ ਦੀ ਸ਼ਕਤੀ ਹੈ ਕਿ ਨਹੀਂ? ਸਾਧ ਸੰਗਤ 'ਚ ਸੱਜਣੋ ਇੰਨੀ ਗੱਲ ਕਹਿਣ ਦੀ ਢੇਰ ਸੀ, ਕੁੱਤਾ ਮਾਰ ਕੇ ਨਾ ਛਡਾਪੀ ਤੇ ਉਹਦੇ ਤਖਤੇ ਸਿੰਘਾਸਨ ਤੇ ਚੜ ਗਿਆ। ਸਾਧ ਸੰਗਤ 'ਚ ਉਹਦੇ ਵੱਲ ਕਰਕੇ ਨਾ ਮੂੰਹ ਰੰਗ ਸੇਬ ਵੱਲ, ਕਹਿੰਦਾ ਉਹ ਹਿੰਦੁਸਤਾਨ ਦੇ ਬਾਦਸ਼ਾਹ ਰੰਗ ਸੇਬ, ਤੈਨੂੰ ਜਿਉਣ ਦਾ ਨਹੀਂ ਪਤਾ, ਤੈਨੂੰ ਬਾਦਸ਼ਾਹੀ ਕਰਨ ਦਾ ਨਹੀਂ ਪਤਾ, ਇਸ ਵਾਸਤੇ ਮਰ ਜਾ ਤੇ ਮਰ ਕੇ ਕੁੱਤਾ ਬਣ ਜਾ। ਕਿਉਂ ਆਪਣਾ ਪਰਲੋਕ ਖਰਾਬ ਕਰਨਾ ਪਿਆ? ਸਾਧ ਸੰਗਤ 'ਚ ਕਿਤਨਾ ਕਮਾਲ ਹੈ। ਸਾਧ ਸੰਗਤ 'ਚ ਸੱਜਣੋ ਇਹ ਤੁਹਾਡੇ ਜਾਂ ਤੁਸੀਂ ਆਪਣੇ ਘਰਾਂ 'ਚ ਕੁੱਤੇ ਰੱਖੇ ਨੇ, ਕਦੇ ਕਿਸੇ ਨੂੰ ਆਖਿਆ ਜੋ ਕੁੱਤਾ ਬਣ ਜਾ? ਹੋ ਗਈ ਕੁੱਤਾ, ਉਹਨੂੰ ਕੀ ਆਖਣਾ? ਤੁਸਾਂ ਜੇ ਤੁਸਾਂ ਕੋਈ ਗਊ ਵੇਖੀ ਏ, ਉਹਨੂੰ ਕਦੇ ਆਖਿਆ ਜੇ ਨਹੀਂ ਗਊ ਬਣ ਜਾ? ਹੋ ਗਿਆ ਹੈ ਗਊ। ਸਾਧ ਸੰਗਤ 'ਚ ਆ ਤੁਹਾਡੇ ਕੋਲ ਘੋੜੇ ਨੇ, ਉਹਨੂੰ ਕਦੇ ਆਖਿਆ ਜਾ ਘੋੜਾ ਬਣ ਜਾ? ਹੋ ਗਈ ਘੋੜਾ। ਸਾਧ ਸੰਗਤ 'ਚ ਸੱਜਣੋ ਯਾਦ ਰੱਖੋ, ਬੜੀਆਂ ਮਿਸਾਲਾਂ ਨੇ। ਤੁਹਾਡੇ ਕੋਲ ਖੋਤਾ ਹੈ, ਗਧਾ ਹੈ, ਕਦੇ ਨਹੀਂ ਕਿਸੇ ਨੇ ਆਖਿਆ ਗਧਾ ਬਣ ਜਾ, ਖੋਤਾ ਬਣ ਜਾ, ਕਦੇ ਨਹੀਂ ਕਿਸੇ ਨੂੰ ਆਖਿਆ। ਥਾਂ ਤੇ ਇਤਿਹਾਸ ਦੇ ਵਿੱਚ ਮਨੁੱਖ ਨੂੰ ਆਖਿਆ ਬੰਦਾ ਬਣ ਜਾ। ਸਾਧ ਸੰਗਤ 'ਚ ਬੰਦੇ ਨੂੰ ਆਖਿਆ, ਕਿਤਨਾ ਕਮਾਲ ਹੈ। ਬੰਦਾ ਬਣ ਜਾ। ਤੁਸੀਂ ਦੋ ਸੱਜਣ ਲੜ ਪੈਂਦੇ ਹੋ, ਕੋਈ ਗੱਲਬਾਤ ਚੱਲ ਪੈਂਦੀ ਹੈ, ਗੁੱਸਾ ਕ੍ਰੋਧ ਵੱਧ ਜਾਂਦਾ ਹੈ, ਤੁਸੀਂ ਆਂਦੇ ਯਾਦ ਰੱਖ ਤੈਨੂੰ ਬੰਦਾ ਬਣਾ ਕੇ ਛੱਡਾਂਗਾ। ਬੰਦਾ ਨਹੀਂ ਤੁਹਾਡੇ ਸਾਹਮਣੇ। ਸਾਧ ਸੰਗਤ 'ਚ ਤੁਸੀਂ ਆਖ ਲੈਂਦੇ ਹੋ, ਕੀ ਦੱਸਦਾ ਤੁਹਾਨੂੰ? ਬੰਦਾ ਸ਼ੈਤਾਨ ਹੈ। ਸਾਧ ਸੰਗਤ 'ਚ ਸ਼ੈਤਾਨ ਹੈ ਗੁਰੂ ਦੇ ਪਿਆਰੇ। ਕਹਿੰਦਾ ਉਹ ਕੁੱਤਿਆ, ਉਹ ਰੰਗ ਸੇਬ ਮਰ ਜਾ, ਮਰ ਕੇ ਤੇ ਕੁੱਤਾ ਬਣ ਜਾ, ਆਪਣਾ ਪ੍ਰਲੋਕ ਨਾ ਖਰਾਬ ਕਰ। ਸਾਧ ਸੰਗਤ 'ਚ ਸੋਝੀ ਆ ਗਈ। ਸਾਧ ਸੰਗਤ 'ਚ ਪਤਾ ਲੱਗਾ ਗੁਰੂ ਕੇ ਕੁੱਤਿਆਂ 'ਚ ਕਰਾਮਾਤ ਹੈ ਗੁਰੂ ਦੇ ਪਿਆਰੇ। ਉਹ ਪ੍ਰਸੰਗ ਤੁਹਾਡੇ ਅੱਗੇ ਆਉਂਦਾ ਪਿਆ। ਜਦੋਂ ਇੰਨੀ ਗੱਲ ਹੋ ਗਈ, ਉਹ ਹੁਕਮਨਾਮਾ ਫੜ ਲਿਆ ਭਾਈ ਦਇਆ ਸਿੰਘ ਨੇ, ਜੇਬ ਚੋਂ ਕੱਢ ਕੇ ਨਾ ਹੁਕਮਨਾਮਾ ਕਰਕੇ ਨਮਸਕਾਰ ਤੇ ਰੰਗ ਸੇਬ ਦੇ ਅੱਗੇ ਕੀਤਾ। ਰੰਗ ਸੇਬ ਨੇ ਥੋੜਾ ਜਿਹਾ ਪੜ੍ਹਿਆ ਤੇ ਥੋੜਾ ਜਿਹਾ ਇਸ਼ਾਰਾ ਕੀਤਾ ਆਪਣੇ ਮੰਤਰੀਆਂ ਦੇ ਵੱਲ, ਮੈਨੂੰ ਪੜ੍ਹ ਕੇ ਸੁਣਾਓ। ਸਾਧ ਸੰਗਤ 'ਚ ਸੱਜਣੋ ਜਿਉਂ ਪੜ੍ਹਦਾ ਪਿਆ ਉਹ ਪੜ੍ਹਿਆ ਵੀ ਗਿਆ ਤੇ ਪ੍ਰਾਣ ਵੀ ਨਿਕਲ ਗਏ। ਸਾਧ ਸੰਗਤ 'ਚ ਪ੍ਰਾਣ ਵੀ ਨਿਕਲ ਗਏ। ਕੀ ਲਿਖਿਆ ਸੁਣੋ ਦਸਵੇਂ ਪਾਤਸ਼ਾਹ ਨੇ। ਇਹ ਸੀ ਤੁਹਾਡਾ ਪ੍ਰਕਰਨ, ਜਿਹੜੀ ਕਿ ਕਲਮ ਦੀ ਮਾਰ ਹੈ ਗੁਰੂ ਦੇ ਪਿਆਰਿਓ।
ਕਲਮ ਦੀ ਮਾਰ ਸਾਧ ਸੰਗਤ ਜੀ। ਕੀ ਦਸਮੇਸ਼ ਪਾਤਸ਼ਾਹ ਨੇ ਲਿਖਿਆ, ਜਿਸ ਤਰ੍ਹਾਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਇਸ ਸੂਰਜ ਪ੍ਰਕਾਸ਼ ਗ੍ਰੰਥ ਚ ਬਿਆਨ ਕਰਨਗੇ, ਆਪ ਰਸਨਾ ਕਰਕੇ ਗੁਰ ਸਿਮਰਨ ਕਰੋ, ਸਰਵਣਾ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਆਪ ਇਸ ਨੂੰ ਸਰਵਣ ਕਰੋ। ਕਛਕ ਕਥਾ ਲਿਖ ਆਪਣੀ ਸਨਮੁਖ ਨੋ ਰੰਗੇ। ਤੁਹਾਡਾ ਹੁਣ ਸਮਾਂ ਪਰਿਵਰਤਨ ਹੋ ਚੁੱਕਾ ਸਾਧ ਸੰਗਤ ਜੀ। ਕਦੇ ਚਿੱਠੀਆਂ ਦਾ ਸਮਾਂ ਸੀ, ਜਦੋਂ ਚਿੱਠੀ ਮਿਲਣੀ ਨਾ ਆਖਣਾ ਤੇਰੀ ਚਿੱਠੀ ਮਿਲ ਗਈ ਹੈ ਸਾਨੂੰ, ਤੇ ਅਸਾਂ ਸਾਰੇ ਪੜ੍ਹ ਲਈਏ, ਸਾਨੂੰ ਸਾਰੇ ਗੱਲ ਦਾ ਪਤਾ ਲੱਗ ਗਿਆ ਸਾਧ ਸੰਗਤ ਜੀ। ਫਿਰ ਆਪਣੀ ਗੱਲ ਸ਼ੁਰੂ ਕਰਦੇ ਸਾਂ ਗੁਰੂ ਦੇ ਪਿਆਰਿਓ। ਇਸ ਤਰ੍ਹਾਂ ਚਿੱਠੀਆਂ ਲਿਖੀਆਂ ਜਾਂਦੀਆਂ ਸਨ। ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਨੇ ਕੁਛ ਆਪਣੀ ਗੱਲ ਉੱਤੇ ਲਿਖੀ ਤੇ ਆਪਣੀ ਗੱਲ ਲਿਖ ਕੇ ਨਾ ਔਰੰਗਜ਼ੇਬ ਨੂੰ ਮੁਖਾਤਬ ਲੱਗੇ ਕਰਨ। ਜਿਸ ਪੜਨੇ ਤੇ ਜਾਨ ਹੈ ਮੈਂ ਕੀਨ ਕੁਟੰਗੇ। ਅੱਗੇ ਦਸਮੇਸ਼ ਪਾਤਸ਼ਾਹ ਨੇ ਲਿਖਣਾ ਸ਼ੁਰੂ ਕਰਤਾ। ਉਹਨੇ ਜਿਸ ਨੂੰ ਪੜ੍ਹ ਕੇ, ਜਿਸ ਨੂੰ ਸੁਣ ਕੇ ਉਹਨੂੰ ਪਤਾ ਲੱਗੇ ਵੀ ਮੈਂ ਸੰਸਾਰ ਤੇ ਚੰਗਾ ਨਹੀਂ ਕੀਤਾ ਸਾਧ ਸੰਗਤ ਜੀ, ਪਤਾ ਲੱਗੇ ਮੈਂ ਸੰਸਾਰ ਤੇ ਬੁਰਾ ਕੀਤਾ, ਚੰਗਾ ਨਹੀਂ ਕੀਤਾ, ਉਹ ਦਸਮੇਸ਼ ਪਾਤਸ਼ਾਹ ਗੱਲ ਲਿਖਣੀ ਸ਼ੁਰੂ ਕਰਦੇ ਨੇ ਪਏ। ਪਾਤਸ਼ਾਹੋ ਪ੍ਰਭ ਨੇ ਕਰੇ ਜਿਨ ਧਰਮ ਦਰੜਾਏ। ਵੇਖਾਂ ਗੱਲ ਕੈਸੇ ਸ਼ੁਰੂ ਹੈ ਸਾਹ। ਕਹਿੰਦੇ ਔਰੰਗਜ਼ੇਬ ਉਹ ਜਿਨ੍ਹਾਂ ਨੇ ਧਰਮ ਕਰਮ ਕੀਤੇ ਨੇ ਉਹਨਾਂ ਨੇ ਬਾਦਸ਼ਾਹ ਬਣਨਾ ਹੀ ਬਣਨਾ ਸਾਧ ਸੰਗਤ ਜੀ। ਐਵੇਂ ਤੁਹਾਨੂੰ ਆਖਿਆ ਚੰਗੇ ਕਰਮ ਕਰਿਆ ਕਰੋ ਗੁਰੂ ਦੇ ਪਿਆਰਿਓ, ਐਵੇਂ ਕਹਿੰਦੇ ਆ ਸਾਧ ਸੰਗਤ ਜੀ। ਇਹ ਐਵੇਂ ਨਹੀਂ ਜਾਣੇ ਗੁਰੂ ਦੇ ਪਿਆਰਿਓ, ਇਹਦਾ ਫਲ ਹੈ ਸਾਧ ਸੰਗਤ ਜੀ। ਅੱਗੇ ਵੀ ਹੋ ਸਕਦਾ ਹੈ ਤੁਹਾਡੇ ਚਰਨ 'ਚ ਬੇਨਤੀ ਕੀਤੀ ਹੋਵੇ ਜਾਂ ਨਾ ਕੀਤੀ, ਫਿਰ ਮੈਂ ਇਹਨੂੰ ਰਿਪੀਟ ਲੱਗਾ ਕਰਨ ਜਾਂ ਲੱਗਾ ਕਰਨ। ਧਰਮ ਇਸ ਸੰਸਾਰ ਦੇ ਵਿੱਚ ਇੱਕ ਬੀਜ ਹੈ। ਤੁਸੀਂ ਅੰਬ ਦਾ ਬੂਟਾ ਲਾਓਗੇ ਤੇ ਉੱਥੋਂ ਤੁਹਾਨੂੰ ਅੰਬ ਪ੍ਰਾਪਤ ਹੋਣਗੇ। ਅਮਰੂਦ ਦਾ ਬੂਟਾ ਲਾਓ, ਤੁਹਾਨੂੰ ਉੱਥੋਂ ਅਮਰੂਦ ਪ੍ਰਾਪਤ ਹੋਣਗੇ। ਭਾਵ ਤੁਸੀਂ ਗੇਹੂੰ ਕਣਕ ਬੀਜੋਗੇ, ਤੁਹਾਨੂੰ ਕਣਕ ਪ੍ਰਾਪਤ ਹੋਏਗੀ। ਪਰ ਧਰਮ ਦਾ ਇੱਕ ਬੀਜ ਐਸਾ, ਇਹਨੂੰ 7 ਫਲ ਲੱਗਦੇ ਨੇ ਸਾਧ ਸੰਗਤ ਜੀ। ਬੀਜ ਇੱਕ ਤੇ ਫਲ 7 ਸਾਧ ਸੰਗਤ ਜੀ। ਸਾਹਿਬਾਂ ਨੇ ਏਡਾ ਸਸਤਾ ਸੌਦਾ ਰੱਖਿਆ, ਅਸੀਂ ਫੇਰ ਵੀ ਨਹੀਂ ਕਰਦੇ ਸਾਧ ਸੰਗਤ ਜੀ, ਅਸੀਂ ਫੇਰ ਵੀ ਨਹੀਂ ਕਰਦੇ ਗੁਰੂ ਦੇ ਪਿਆਰੇ। ਕਹਿੰਦੇ ਨੇ ਸ਼ੁਭ ਕੁਲ ਜਨਮ ਸਰੂਪ ਤਨ ਭੂਪ ਭੋਗ ਆਪਤ, ਪੰਡਤ ਦੇਹ ਆਰੋਗ ਪੁੰਨ ਧਰਮ ਜਾਣ ਫਲ 7 ਸਾਧ ਸੰਗਤ ਜੀ। ਜਿਸ ਤਰ੍ਹਾਂ ਕੋਈ ਕਹਿੰਦਾ ਮੈਂ ਸਰੋਂ ਹੱਥਾਂ ਤੇ ਜਮਾ ਦੇਣਾ ਨਾ, ਤੁਸੀਂ ਸਾਰੇ ਬੈਠੇ ਬੈਠੇ ਸੁਣੀ ਜਾਓ ਸਾਧ ਸੰਗਤ ਜੀ। ਮੈਂ ਦੱਸਣਾ, ਤੁਸੀਂ ਆਪਣੀ ਉਂਗਲਾਂ ਤੇ ਗਿਣੀ ਜਾਓ ਸਾਧ ਸੰਗਤ ਜੀ। ਜੇ ਤੇ ਤੁਹਾਡੇ ਤੇ ਲਾਗੂ ਹੋ ਗਏ ਤੇ ਸਮਝੋ ਪੜ੍ਹਤ ਗੱਲ ਠੀਕ ਕਰਦਾ ਪਿਆ ਸਾਧ ਸੰਗਤ ਜੀ। ਜੇ ਤੁਹਾਡੇ ਤੇ ਲਾਗੂ ਨੇ ਨਾ ਉਹ ਮੇਰੀਆਂ ਦਸੀਆਂ ਗੱਲਾਂ, ਤੇ ਤੁਹਾਡਾ ਬੜਾ ਪੁਰਬਲਾ ਕਰਮ ਕੀਤਾ ਸਾਧ ਸੰਗਤ ਜੀ। ਜੇ ਕਿਸੇ ਪ੍ਰਕਾਰ ਦੀ ਕਮੀ ਹੈ ਤੇ ਉਸ ਪਰਮੇਸ਼ਰ ਨੇ ਤੁਹਾਨੂੰ ਫਿਰ ਚਾਂਸ ਦਿੱਤਾ ਹੈ, ਮਨੁੱਖਾ ਦੇ ਦਿੱਤੀ ਹੈ, ਉਹ ਆਪਣੀ ਕਮੀ ਕੱਢ ਲਓ ਸਾਧ ਸੰਗਤ ਜੀ। ਕੋਈ ਬੱਚਾ ਫੇਲ ਹੋ ਜਾਂਦਾ ਹੈ ਐਗਜ਼ਾਮ ਦੇ ਵਿੱਚੋਂ, ਸਾਡੀ ਗੌਰਮੈਂਟ ਕਹਿੰਦੇ ਦੁਬਾਰਾ ਐਗਜ਼ਾਮ ਦੇ ਦਾ ਤੂੰ ਸਾਧ ਸੰਗਤ ਜੀ। ਉਹ ਮਿਹਨਤ ਕਰਦਾ, ਦੁਬਾਰਾ ਉਹ ਨਿਕਲ ਜਾਂਦਾ, ਆਪਣੀ ਜਮਾਤ ਪਾਸ ਕਰ ਲੈਂਦਾ। ਇਸੇ ਤਰ੍ਹਾਂ ਸਾਰਿਆਂ ਤੋਂ ਪਹਿਲਾਂ ਧਰਮ ਕਰਮ ਦਾ ਫਲ ਕਿਹੜਾ ਹੈ? ਕਿਸੇ ਚੰਗੀ ਕੁਲ ਚ ਜਨਮ ਲੈਣਾ ਸਾਧ ਸੰਗਤ ਚ। ਧਰਮ ਦਾ ਫਲ ਹੈ ਗੁਰੂ ਦੇ ਪਿਆਰਿਓ, ਚੰਗੀ ਕੁਲ ਚ ਜਨਮ ਲੈਣਾ, ਚੰਗੇ ਪਰਿਵਾਰ ਚ ਜਨਮ ਲੈਣਾ, ਚੰਗੀ ਥਾਂ ਤੇ ਜਨਮ ਲੈਣਾ ਸਾਧ ਸੰਗਤ ਚ। ਸਭ ਤੋਂ ਪਹਿਲਾਂ ਧਰਮ ਕਰਨ ਦਾ ਫਲ ਵੇਖੋ ਆਪਣੇ ਤੋਂ ਮਿਲਦਾ ਕਿ ਨਹੀਂ ਮਿਲਦਾ। ਦੂਸਰਾ ਸਰੀਰ ਦੀ ਸੁੰਦਰਤਾ ਮਿਲਣੀ ਸਾਧ ਸੰਗਤ ਚ। ਇੱਕ ਉਹ ਸੰਸਾਰ ਤੇ ਮਨੁੱਖ ਨੇ ਜਦੋਂ ਸਾਡੇ ਸਾਹਮਣੇ ਆ ਜਾਂਦੇ ਨੇ, ਸਾਡਾ ਚਿੱਤ ਕਰਦਾ ਵੇਖੀ ਜਾਈਏ ਉਹਨਾਂ ਦੇ ਵੱਲੋਂ, ਵੇਖੀ ਜਾਈਏ। ਉਹ ਤੁਰ ਜਾਂਦੇ ਨੇ, ਫਿਰ ਝਾਤੀਆਂ ਮਾਰੀ ਦੀਆਂ ਸਾਧ ਸੰਗਤ ਚ। ਇੱਕ ਉਹ ਜੀ ਨੇ ਸਾਡੇ ਸਾਹਮਣੇ ਆ ਜਾਣ, ਸਾਡਾ ਖਾਦਾ ਪੀਤਾ ਬਾਹਰ ਨਿਕਲ ਜਾਂਦਾ ਗੁਰੂ ਦੇ ਪਿਆਰੇ। ਉਹ ਵੀ ਤਾਂ ਭਗਵਾਨ ਦੇ ਬਣਾਏ ਨੇ, ਜਿਹੜਾ ਖਾਦਾ ਪੀਤਾ ਉਹ ਬਾਹਰ ਨਿਕਲ ਜਾਂਦਾ ਹੈ, ਪਰ ਭਗਵਾਨ ਦੇ ਬਣਾਏ, ਉਹ ਵੀ ਭਗਵਾਨ ਦੇ ਬਣਾਏ ਨੇ ਸਾਧ ਸੰਗਤ ਚ। ਉਹਨਾਂ ਨੇ ਧਰਮ ਕਰਮ ਕੋਈ ਨਹੀਂ ਕੀਤਾ, ਕੋਈ ਐਸਾ ਕਰਮ ਕਿ ਸਹੀ ਮਨੁੱਖਾ ਦੇਹ ਮਿਲ ਗਈ ਹੈ, ਪਰ ਹੁਸਨ ਤੇ ਸੁੰਦਰਤਾ ਨਹੀਂ ਮਿਲੀ ਸਾਧ ਸੰਗਤ ਚ। ਦੂਜਾ ਕਰਮ ਦਾ ਫਲ ਗੁਰੂ ਦੇ ਪਿਆਰੇ, ਦੇ ਫਲ ਜਨਮ ਸਰੂਤਾ ਭੋਗ, ਆਪਣੇ ਗੁਜ਼ਾਰੇ ਕੋਲ ਪਦਾਰਥ ਹੋਣਾ ਸਾਧ ਸੰਗਤ ਚ। ਕਿਸੇ ਕੋ ਮੰਗਣਾ ਨਾ ਪਵੇ ਤੇ ਲੋੜ ਖਲੋਵੇ ਨਾ ਸਾਧ ਸੰਗਤ ਚ। ਇਹ ਵੀ ਧਰਮ ਕਰਮ ਦਾ ਫਲ ਗੁਰੂ ਦੇ ਪਿਆਰੇ। ਮੰਗਣ ਗਿਆ ਸੋ ਮਰ ਗਿਆ, ਆਪਣੀ ਲੋੜ ਖਲੋਵੇ ਨਾ, ਕਿਸੇ ਕੋ ਮੰਗਣਾ ਨਾ ਪਵੇ। ਤੇ ਭੋਗ ਅਪਤ ਭੂਪ ਬਾਦਸ਼ਾਹ ਹੋਣਾ ਸਾਧ ਸੰਗਤ ਚ। ਜਿਹੜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਗੱਲ ਕਹਿੰਦੇ ਨੇ ਪਏ, ਇੱਕ ਹੈ ਹਾਈ ਸਕੇਲ ਦਾ ਬਾਦਸ਼ਾਹ, ਕਿਸੇ ਇਹ ਸੂਬੇ ਦਾ ਜਾਂ ਕਿਸੇ ਕੰਟਰੀ ਦਾ ਪ੍ਰੈਜ਼ੀਡੈਂਟ ਬਣ ਜਾਣਾ, ਰਾਸ਼ਟਰਪਤੀ ਬਣ ਜਾਣਾ, ਇਹ ਵੀ ਰਾਜ ਹੈ। ਦੂਜੇ ਰਾਜੇ ਦੇ ਜਿਹੜੀ ਤੁਸੀਂ ਵੇਖਦੇ ਪਿਛਲੇ ਰਾਜਾਂ ਦੇ ਰਾਜ ਤੁਹਾਡੇ, ਹੁਣ ਵੀ ਤੁਹਾਡੇ ਰਾਜਾਂ ਦੇ ਰਾਜ ਨੇ ਸਾਧ ਸੰਗਤ ਜੀ। ਇੱਕ ਰਾਜ ਆ ਯੋਗੀ ਰਾਜ ਹੋਣਾ ਸਾਧ ਸੰਗਤ ਜੀ। ਧੀਆਂ ਪੁੱਤਰ ਮਾਇਕੀ ਪਦਾਰਥ ਸੁਖ ਸਾਰੇ ਪ੍ਰਾਪਤ ਹੋਣੇ ਸਾਧ ਸੰਗਤ, ਇਹ ਵੀ ਰਾਜ ਹੈ ਤੁਹਾਡਾ ਗੁਰੂ ਦੇ ਪਿਆਰਿਓ। ਰਾਜਾ ਬਣਨਾ ਸਾਧ ਸੰਗਤ ਜੀ। ਅਪਤ ਨੇਕ ਸੰਤਾਨ ਹੋਣੀ ਸਾਧ ਸੰਗਤ ਚ।
ਇਹ ਤੁਹਾਡੇ ਬਸ ਨਹੀਂ। ਤੁਸੀਂ ਯਤਨ ਬੜਾ ਕਰਦੇ ਹੋ ਪਏ, ਬਹੁਤ ਯਤਨ ਕਰਦੇ ਹੋ ਪਏ। ਸੈਂਕੜੇ ਹਜ਼ਾਰਾਂ ਲੱਖਾਂ ਰੁਪਏ ਆਪਣੀ ਔਲਾਦ ਤੇ ਲਾਉਂਦੇ ਹੋ ਪਏ। ਜਦੋਂ ਔਲਾਦ ਬਰਾਬਰ ਤੇ ਹੋ ਜਾਂਦੀ ਹੈ, ਉਹ ਕਾਮਯਾਬੀ ਪ੍ਰਾਪਤ ਕਰ ਜਾਂਦੀ ਹੈ, ਫਿਰ ਕੁੱਲਾਂ ਹੀ ਖਰਾਬ ਕਰ ਛੱਡਦੀ ਸਾਧ ਸੰਗਤ 'ਚ। ਕਿੱਥੇ ਗਈ ਤੁਹਾਡੀ ਸਿਆਣਪ? ਇਹੋ ਜਿਹੀ ਕੁੱਲ ਨੂੰ ਕਲੰਕਿਤ ਕਰ ਦਿੰਦੀਆਂ ਨੇ ਔਲਾਦਾਂ, ਦੱਸ ਨਹੀਂ ਸਕਦੇ ਸਾਧ ਸੰਗਤ 'ਚ। ਔਲਾਦ ਨੇਕ ਨਿਕਲਣੀ, ਇਹ ਵੀ ਤੁਹਾਡੇ ਧਰਮ ਕਰਮ ਦਾ ਫਲ ਹੈ ਸਾਧ ਸੰਗਤ 'ਚ। ਦੇਹ ਦੀ ਤੰਦਰੁਸਤੀ ਹੋਣੀ ਸਾਧ ਸੰਗਤ 'ਚ। ਸਭ ਨਹੀਂ ਜੋ ਆਪਣੇ ਆਪ ਤੇ ਗੁਰੂ ਦੇ ਪਿਆਰੇ। ਇੱਕ ਐਸੇ ਮਨੁੱਖ ਨੇ, ਧਨ ਦੀ ਕੋਈ ਕਮੀ ਨਹੀਂ, ਨੌਕਰਾਂ ਦੀ ਕੋਈ ਕਮੀ ਨਹੀਂ, ਮਾਇਕੀ ਪਦਾਰਥਾਂ ਦੀ ਕੋਈ ਕਮੀ ਨਹੀਂ, ਆਮਦਨ ਦੀ ਕੋਈ ਪਤਾ ਕਦੇ ਕਿੰਨੀ ਕੁ ਆਮਦਨ ਹੈ, ਮੰਜੇ ਤੇ ਪਏ ਹਾਏ ਹਾਏ ਪੇ ਕਰਦੇ ਨੇ ਸਾਧ ਸੰਗਤ 'ਚ। ਹਾਏ ਹਾਏ ਪੇ ਕਰਦੇ ਨੇ, ਮੰਜੇ ਤੇ ਹਾਏ ਹਾਏ ਪੇ ਕਰੀ ਜਾਂਦੇ ਨੇ ਗੁਰੂ ਦੇ ਪਿਆਰੇ। ਕੋਈ ਕਰਮ ਕੀਤਾ ਹੈ, ਨੌਕਰ ਮਿਲ ਗਏ ਨੇ, ਧਨ ਮਿਲ ਗਈ ਹੈ, ਮਾਇਕੀ ਪਦਾਰਥ ਮਿਲ ਗਏ ਨੇ, ਪਰ ਦੇਹ ਦੀ ਤੰਦਰੁਸਤੀ ਨਹੀਂ ਮਿਲੀ ਸਾਧ ਸੰਗਤ 'ਚ। ਉਹਨਾਂ ਵਾਸਤੇ ਸਾਰੇ ਬੇਖੇ। ਜਿਹਦੀ ਦੇਹ ਤੰਦਰੁਸਤੀ ਨਹੀਂ, ਮੰਜੇ ਤੇ ਪਿਆ ਹਾਏ ਹਾਏ ਕਰ ਦੋ, ਤਾਂ ਸਾਰਾ ਯਾਰ ਬਣ ਗਿਆ ਸਾਧ ਸੰਗਤ 'ਚ। ਕੀ ਕਰਨਾ ਜੇ ਧਨ ਨੂੰ, ਮਾਇਕ ਵੀ ਕੀ ਕਰਨਾ ਜੇ? ਤੇ ਵਿਦਵਾਨ ਹੋਣਾ ਸਾਧ ਸੰਗਤ 'ਚ, ਵਿਦਿਆਵਾਨ ਹੋਣਾ ਗੁਰੂ ਦੇ ਪਿਆਰਿਓ। ਆਹ 7 ਭਾਜੇ ਧਰਮ ਦੇ ਸਾਧ ਸੰਗਤ 'ਚ। ਜੇ ਤੁਹਾਡੇ ਸੱਤੇ ਮਿਲਦੇ ਨੇ ਨਾ, ਤੁਹਾਡਾ ਬਹੁਤ ਪੁਰਬਲਾ ਕਰਮ ਕੀਤਾ ਸਾਧ ਸੰਗਤ 'ਚ। ਜੇ ਕਿਸੇ ਪ੍ਰਕਾਰ ਦੀ ਕਮੀ ਹੈ, ਉਹਨੂੰ ਕੱਢ ਲਓ ਹੁਣ ਗੁਰੂ ਦੇ ਪਿਆਰੇ ਤੋਂ। ਕਿਉਂ? ਉਸ ਭਗਵਾਨ ਨੇ ਮਨੁੱਖਾ ਦੇ ਦਿੱਤੀ ਹੈ। ਇਸ ਵਾਸਤੇ ਦਸਮੇਸ਼ ਪਾਤਸ਼ਾਹ ਕਹਿੰਦੇ, ਰੰਗਜ਼ੇਬ ਉਹ ਜਿਨ੍ਹਾਂ ਨੇ ਧਰਮ ਕਰਮ ਕੀਤੇ ਨੇ, ਸ਼ੁਭ ਕਰਮ ਕੀਤੇ ਨੇ, ਉਹਨਾਂ ਨੂੰ ਰਾਜ ਮਿਲਣਾ ਹੀ ਮਿਲਣਾ ਸਾਧ ਸੰਗਤ 'ਚ। ਉਹਨੂੰ ਰਾਜ ਮਿਲਣਾ ਹੀ ਮਿਲਣਾ। ਇਸ ਵਾਸਤੇ ਰੰਗਜ਼ੇਬ ਤੂੰ ਕੋਈ ਰਾਜ ਕੀਤਾ, ਤੂੰ ਕੋਈ ਧਰਮ ਕਰਮ ਕੀਤਾ ਸੀ ਸਾਧ ਸੰਗਤ 'ਚ। ਉਸ ਧਰਮ ਕਰਮ ਦਾ ਫਲ ਕੀ ਹੈ? ਤੂੰ ਰਾਜਾ ਬਣਿਆ, ਹਿੰਦੁਸਤਾਨ ਦਾ ਬਾਦਸ਼ਾਹ ਬਣਿਆ ਹੈ। ਕੀਤ ਗਗਨ ਹਾਂ ਜਗਤ ਮੈਂ ਜਸ ਧਰਮ ਕਮਾਏ। ਮੈਂ ਕਿੰਨੇ ਕੋ ਗਿਣਾ ਸਾਧ ਸੰਗਤ ਜੀ, ਤੁਸੀਂ ਆਪਾਂ ਗਿਣ ਸਕਦੇ ਕਿੰਨੇ ਕੋ ਰਾਜੇ ਹੋ ਚੁੱਕੇ ਨੇ ਸੰਸਾਰ ਤੇ। ਜਦੋਂ ਇਸਲਾਮ ਧਰਮ ਨੂੰ ਤੁਸੀਂ ਪੜ੍ਹੋਗੇ ਨਾ, ਇਸਲਾਮ ਧਰਮ ਨੇ ਜ਼ਰੂਰ ਲਿਖਿਆ ਹੈ ਭਈ ਜੇ ਸੱਜਾ ਪੈਰ ਚੁੱਕੀਏ ਨਾ ਤੇ ਰਾਜੇ ਦੇ ਸਿਰ ਤੇ ਜਾ ਪੈਂਦਾ ਹੈ, ਤੇ ਜੇ ਖੱਬਾ ਪੈਰ ਚੁੱਕੇ ਤੇ ਵਜ਼ੀਰ ਦੇ ਸਿਰ ਤੇ ਜਾ ਪੈਂਦਾ ਹੈ। ਇੰਨੇ ਸੰਸਾਰ ਤੇ ਵਜ਼ੀਰ ਮੰਤਰੀ ਹੋ ਚੁੱਕੇ ਨੇ ਸਾਧ ਸੰਗਤ 'ਚ। ਇਸਲਾਮ ਧਰਮ ਨੇ ਲਿਖਿਆ ਗੁਰੂ ਦੇ ਪਿਆਰਿਓ। ਇਸ ਵਾਸਤੇ ਰੰਗਜ਼ੇਬ ਜਿਨ੍ਹਾਂ ਨੇ ਧਰਮ ਕਰਮ ਕੀਤੇ ਨੇ, ਉਹ ਰਾਜੇ ਬਣੇ ਨੇ। ਤੇ ਕਿੰਨੇ ਕੁ ਮੈਂ ਲਿਖਾਂ ਜਿਹੜੇ ਕਿ ਸੰਸਾਰ ਤੇ ਹੋ ਚੁੱਕੇ ਨੇ, ਰਾਜੇ ਬਣ ਚੁੱਕੇ ਨੇ। ਤੂੰ ਨੌ ਰੰਗ ਪਾਤਸ਼ਾਹੋ ਸੁਣ ਪਾਤਸ਼ਾਹੀ ਬੈਠਾ। ਹੁਣ ਹੌਲੀ ਹੌਲੀ ਗੱਲ ਗਰਮ ਹੋਣ ਲੱਗੀ ਸਾਧ ਸੰਗਤ। ਤੂੰ ਰੰਗ ਹਿੰਦੁਸਤਾਨ ਦਾ ਬਾਦਸ਼ਾਹ ਹੈ ਤੇ ਹਿੰਦੁਸਤਾਨ ਦੇ ਤਖਤ ਤੇ ਬੈਠਾ ਹੈ। ਚਾਹੀਏ ਧਰਮ ਕਮਾਉਨੋ ਕਿਆ ਪਾਪ ਇਕੱਠਾ। ਤੈਨੂੰ ਧਰਮ ਕਰਮ ਕਰਨਾ ਚਾਹੀਦਾ, ਤੂੰ ਪਾਪ ਹੀ ਕਰਨਾ ਸ਼ੁਰੂ ਕਰਤਾ ਸਾਧ ਸੰਗਤ 'ਚ। ਤੈਨੂੰ ਧਰਮ ਕਰਮ ਕਰਨਾ ਚਾਹੀਦਾ ਸੀ ਤੇ ਤੂੰ ਕੀ ਕਰਨ ਲੱਗ ਪਿਆ? ਤੂੰ ਪਾਪ ਇਕੱਠਾ ਕਰਨ ਲੱਗ ਪਿਆ। ਜਿਹੜਾ ਕਿ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਤਪੋ ਰਾਜ ਤੇ ਰਾਜੋ ਨਰਕ। ਐ ਮਨੁੱਖੋ, ਐ ਦੇ ਐਵੇਂ ਕਿਤੇ ਮਿਲੀ ਹੈ ਸਾਧ ਸੰਗਤ 'ਚ? ਐਵੇਂ ਮਿਲ ਗਈ ਗੁਰੂ ਦੇ ਪਿਆਰੇ। ਐ ਤੰਦਰੁਸਤੀ ਐਵੇਂ ਕਿਤੇ ਮਿਲ ਗਈ ਸਾਧ ਸੰਗਤ 'ਚ? ਇਹ ਜੇ ਤੁਹਾਨੂੰ ਪਦਾਰਥ ਮਿਲ ਗਏ ਤੇ ਐਵੇਂ ਮਿਲ ਗਏ ਨੇ? ਤੁਹਾਡੇ ਬੜੇ ਪੁਰਬਲੇ ਕਰਮ ਕੀਤੇ ਨੇ। ਇਹਨੂੰ ਕੌਣ ਨਹੀਂ ਚਾਹੁੰਦਾ ਦੱਸੋ? ਸੁੱਖ ਨੂੰ ਗਰੀਬ ਵੀ ਚਾਹੁੰਦਾ ਤੇ ਅਮੀਰ ਵੀ ਚਾਹੁੰਦਾ, ਛੋਟਾ ਵੀ ਚਾਹੁੰਦਾ, ਵੱਡਾ ਵੀ ਚਾਹੁੰਦਾ, ਪੜਿਆ ਵੀ ਚਾਹੁੰਦਾ, ਅਨਪੜ੍ਹ ਵੀ ਚਾਹੁੰਦਾ। ਸੁੱਖ ਤੇ ਚੀਜ਼ ਐਸੀ ਸਾਧ ਸੰਗਤ, ਪਰ ਸੁੱਖ ਹਰੇਕ ਨੂੰ ਮਿਲਦਾ ਨਹੀਂ ਸਾਧ ਸੰਗਤ 'ਚ। ਸੁੱਖ ਮਿਲਣਾ ਕਿਸੇ ਭਾਗਾਂ ਵਾਲੇ ਨੂੰ ਗੁਰੂ ਦੇ ਪਿਆਰੇ, ਹਰੇਕ ਨੂੰ ਮਿਲਦਾ ਨਹੀਂ ਸਾਧ ਸੰਗਤ ਜੀ। ਇਸ ਵਾਸਤੇ ਰੰਗਜ਼ੇਬ ਉਹ ਤੈਨੂੰ ਉਸ ਅਕਾਲ ਪੁਰਖ ਨੇ ਬਾਦਸ਼ਾਹੀ ਦਿੱਤੀ ਸੀ, ਤੇ ਬਾਦਸ਼ਾਹੀ ਕਰਕੇ ਤੂੰ ਕੀ ਕਰਨਾ ਸੀ? ਧਰਮ ਇਕੱਠਾ ਕਰਨਾ ਸੀ, ਤੇ ਤੂੰ ਪਾਪ ਕਰਨਾ ਸ਼ੁਰੂ ਕਰ ਦਿੱਤਾ ਹੈ। ਖਾਲਕ ਕੀ ਦਰਗਾਹ ਮੈਂ ਮੁँह ਕਿਆ ਲੈ ਜਾਵੇਂ। ਮਰਨਾ ਨਹੀਂ ਤੋ ਰੰਗਜ਼ੇਬ, ਜਦੋਂ ਮਰੇਗਾ ਉਸ ਖੁਦਾ ਦੀ ਅਕਾਲ ਪੁਰਖ ਭਗਵਾਨ ਦਰਗਾਹ ਤੇ ਕੀ ਮੂੰਹ ਲੈ ਕੇ ਜਾਵੇਂਗਾ ਸਾਧ ਸੰਗਤ? ਗੱਲਾਂ ਸੱਚੀਆਂ ਸੱਚੀਆਂ ਹੁੰਦੀਆਂ ਨੇ ਪਈਆਂ ਗੁਰੂ ਦੇ ਪਿਆਰੇ। ਕੀ ਲੈ ਕੇ ਜਾਵੇਂਗਾ ਜਦੋਂ ਤੂੰ ਮਰੇਗਾ? ਤੈਨੂੰ ਪੁੱਛਣਾ ਉੱਥੇ ਜਾ ਕੇ, ਭਲਾ ਬੁਰਾ ਜੋ ਤੂੰ ਕੀਆ ਸੋ ਸੰਗ ਸਿਧਾਵੇ। ਯਾਦ ਰੱਖੀ ਇਸ ਮੇਰੀ ਗੱਲ ਨੂੰ, ਜੋ ਤੂੰ ਭਲਾ ਤੇ ਬੁਰਾ ਕਰਨਾ ਪਿਆ ਸਾਰਾ ਤੇਰੇ ਨਾਲ ਜਾਣਾ ਸਾਧ ਸੰਗਤ 'ਚ, ਸਾਰਾ ਨਾਲ ਜਾਣਾ ਗੁਰੂ ਦੇ ਪਿਆਰਿਓ। ਦਾਸ ਨੇ ਪ੍ਰਾਰਥਨਾ ਕੀਤੀ ਸੀ ਤੁਹਾਡੇ ਚਰਨ ਦੇ ਵਿੱਚ ਪਿਆ, ਇਸ ਵਾਸਤੇ ਕੀਤੀ ਸੀ, ਮਨੁੱਖ ਦਾ ਸੁਭਾਅ ਹੈ। ਸੁਭਾਅ ਕੀ ਹੈ ਮਨੁੱਖ ਦਾ? ਇਸ ਮਨੁੱਖ ਦਾ ਸੁਭਾਅ ਹੈ ਭਈ ਜੇ ਮੈਂ ਸਤ ਸੰਗ 'ਚ ਜਾਣਾ, ਉਹ ਪ੍ਰਮਾਤਮਾ, ਉਹ ਪਰਮੇਸ਼ਰ ਮੇਰੇ ਵੱਲੋਂ ਵੇਖਦਾ ਪਿਆ ਸਾਧ ਸੰਗਤ 'ਚ।
ਜੇ ਮੈਂ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਤੇ ਉਹ ਅਕਾਲ ਪੁਰਖ ਭਗਵਾਨ ਮੇਰੇ ਵੱਲੋਂ ਵੇਖਦਾ ਪਿਆ। ਜੇ ਮੈਂ ਅੰਦਰ ਬੈਠ ਕੇ ਮਾਲਾ ਫੇਰਨਾ ਪਿਆ, ਭਗਵਾਨ ਦਾ ਨਾਮ ਜਪਣਾ ਪਿਆ, ਗੁਰੂ ਦਾ ਦਿੱਤਾ ਦਾਨ ਉਹ ਨਾਮ ਸਿਮਰਨ ਕਰਨਾ ਪਿਆ ਤੇ ਭਗਵਾਨ ਮੈਨੂੰ ਵੇਖਦਾ ਪਿਆ। ਜੇ ਮੈਂ ਕੋਈ ਕਰਮ ਧਰਮ ਕਰਨਾ ਪਿਆ ਤੇ ਉਹ ਭਗਵਾਨ ਮੈਨੂੰ ਵੇਖਦਾ ਪਿਆ। ਤੇ ਜੇ ਆ ਤੁਸੀਂ ਚੱਲ ਕੇ ਇੱਥੇ ਆਏ ਹੋ ਤੇ ਕਾਹਦੇ ਵਾਸਤੇ ਆਏ ਆ? ਵੀ ਆ ਕਦਮ, ਆ ਮਾਇਆ, ਆ ਸਵਾਸ, ਆ ਸਮਾਂ ਸਾਡਾ ਸਫਲ ਹੋਣਾ ਹੈ, ਇਸ ਵਾਸਤੇ ਆਇਆ ਨਾ ਵੀ ਉਹ ਭਗਵਾਨ ਅਕਾਲ ਦਰਗਾਹ ਸਾਡਾ ਲੇਖੇ ਲੱਗਦਾ ਪਿਆ। ਤੇ ਚਲਾਕੀ ਹੁਸ਼ਿਆਰੀ ਕਿਹੜੀ ਗੱਲ ਦੀ ਹੈ? ਜਦੋਂ ਠੱਗੀ ਕਰਦਾ, ਚੋਰੀ ਕਰਦਾ, ਯਾਰੀ ਕਰਦਾ ਤੇ ਉਦੋਂ ਕਹਿੰਦਾ ਭਗਵਾਨ ਸੌਂ ਗਿਆ ਸਾਧ ਸੰਗਤ ਚ। ਮੇਰੇ ਕੋਲ ਵਹਿੰਦਾ ਨਹੀਂ ਪਿਆ ਗੁਰੂ ਦੇ ਪਿਆਰੇ। ਬਸ ਇੰਨੀ ਗੱਲ ਹੈ ਸੰਸਾਰ ਤੇ ਸਾਧ ਸੰਗਤ ਚ। ਰੰਗ ਸੇਬ ਓਏ ਜੋ ਤੂੰ ਭਲਾ ਤੇ ਬੁਰਾ ਕਰਨਾ ਤੇਰੇ ਨਾਲ ਜਾਣਾ ਹੈ। ਉਹ ਪਹਿਲਾਂ ਲਿਖਿਆ ਮਿਲਣ ਕੋ ਦਿਲ ਦਗਾ ਕਮਾਇਆ। ਰੰਗ ਸੇ ਪਹਿਲਾਂ ਵੀ ਤੂੰ ਮੈਨੂੰ ਚਿੱਠੀ ਦਾ ਜਵਾਬ ਹੈ ਨਾ ਸਾਧ ਸੰਗਤ ਜੀ। ਉਹ ਚਿੱਠੀ ਦਾ ਜਵਾਬ ਕਹਿੰਦੇ ਤੂੰ ਪਹਿਲਾਂ ਵੀ ਇੱਕ ਵਾਰ ਮੈਨੂੰ ਚਿੱਠੀ ਪਾਈ ਸੀ ਤੇ ਮੈਂ ਯਤਨ ਕੀਤਾ ਸੀ, ਪਰ ਤੇਰੇ ਦਿਲ ਚ ਫਿਰ ਦਗਾ ਆ ਗਿਆ, ਧੋਖਾ ਆ ਗਿਆ ਤੇਰੇ ਮਨ ਦੇ ਵਿੱਚ। ਫੌਜਾਂ ਚਾੜ ਅਗਿਣਤੀ ਹੀ ਘੇਰਾ ਕਰਵਾਇਆ। ਤੇ ਤੂੰ ਕੀ ਕਰ ਦਿੱਤਾ ਸਾਧ ਸੰਗਤ ਚ? ਤੂੰ ਚਾੜ ਕੇ ਨਾ ਫੌਜਾਂ ਸਾਰੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ ਆ ਕੇ। ਤੂੰ ਕਿਆ ਇਨਸਾਫੀ ਤੁਝ ਕਰੀ ਕਰ ਮਨ ਅਭਮਾਨਾ। ਤੇਰੇ ਮਨ ਚ ਅਭਿਮਾਨ ਹੈ, ਤੇਰੇ ਮਨ ਚ ਹੰਕਾਰ ਹੈ। ਹੰਕਾਰ ਦੇ ਕਾਰਨ ਵੀ ਮੈਂ ਇਹਨੂੰ ਇੱਥੇ ਰਹਿਣ ਨਹੀਂ ਦੇਣਾ, ਇਸ ਵਾਸਤੇ ਤੂੰ ਇਹ ਕੰਮ ਕੀਤਾ। ਆ ਕੇ ਅਨੰਦਪੁਰ ਸਾਹਿਬ ਦੇ 4 ਸਪੇਰੇ ਆ ਕੇ ਮੋਰਚੇ ਗੱਡ ਕੇ, ਮੋਰਚੇ ਬਣਾ ਕੇ ਤੇ ਕੀ ਕਰਤਾ? ਮੈਦਾਨੇ ਜੰਗ ਸ਼ੁਰੂ ਕਰ ਦਿੱਤਾ। ਝੂਠਾ ਪੜੇ ਕੁਰਾਨ ਤੂੰ ਨਹੀਂ ਅਮਲ ਕਮਾਨਾ। ਓਏ ਵੇਦ ਗ੍ਰੰਥ ਇਹ ਕਹਿੰਦੇ ਨੇ, ਤੇਰਾ ਕੁਰਾਨ ਇਹ ਕਹਿੰਦਾ ਪਿਆ ਵੀ ਆਪ ਹੀ ਜ਼ੁਬਾਨ ਕਰਕੇ ਆਪ ਹੀ ਮੁੱਕਰ ਜਾ ਸਾਧ ਸੰਗਤ ਚ। ਧਿਆਨ ਦੇ ਗੱਲਾਂ ਦਾ ਗੁਰੂ ਦੇ ਪੈਸਾ ਵੇਖਣਾ ਆਪਾਂ ਨੇ। ਆਪਾਂ ਉਹ ਔਰੰਗਜ਼ੇਬ ਦੀ ਗੱਲ ਲਈਏ, ਕੋਈ ਰਮਾਇਣ ਪੜ੍ਹਦਾ ਹੈ, ਕੋਈ ਗੁਰੂ ਗ੍ਰੰਥ ਸਾਹਿਬ ਪੜ੍ਹਦਾ ਹੈ, ਕੋਈ ਕੁਰਾਨ ਪੜ੍ਹਦਾ ਹੈ, ਕੋਈ ਗੱਲ ਹੈ ਤਾਂ ਕਿਹੜੀ ਗੱਲ ਹੈ ਸਾਧ ਸੰਗਤ? ਜੋ ਵੀ ਧਾਰਮਿਕ ਗ੍ਰੰਥ ਸਾਡੇ ਧਾਰਮਿਕ ਗ੍ਰੰਥ ਨੇ ਤੇ ਉਹਨਾਂ ਨੂੰ ਪੜ੍ਹ ਕੇ ਆਹ ਕੰਮ ਕਰਨਾ ਸਾਧ ਸੰਗਤ ਜੀ। ਸਾਂ ਆਹ ਕੰਮ ਕਰਨਾ ਗੁਰੂ ਦੇ ਪਿਆਰੇ। ਆਹ ਤੂੰ ਕਹਿੰਦੀ ਜਿਹੜਾ ਤੂੰ ਆਹ ਕੁਰਾਨ ਸ਼ਰੀਫ ਪੜ੍ਹਨਾ ਨਾ ਪਿਆ ਤੇ ਕੁਰਾਨ ਸ਼ਰੀਫ ਕਹਿੰਦਾ ਵੀ ਆਪਣੀ ਗੱਲ ਕਰੋ ਤੇ ਕਹਿੰਦੇ ਨੇ ਬਚਨ ਕਰੇ ਤੇ ਖਿਸਕ ਜਾ ਬੋਲੇ ਨਰ ਕੱਚਾ, ਅੰਦਰੋਂ ਥੋਥਾ ਕੂੜ ਯਾਰ ਤੇ ਕੂੜੀ ਸਭ ਖੱਚਾ। ਉਹ ਜਿਸ ਇਨਸਾਨ ਦਾ ਬੋਲ ਨਹੀਂ, ਜਿਸ ਇਨਸਾਨ ਦੀ ਜ਼ੁਬਾਨ ਤੇ ਕੱਖ ਵੀ ਨਹੀਂ ਸਾਧ ਸੰਗਤ ਚ, ਉਹ ਤੇ ਕੱਖ ਵੀ ਨਹੀਂ ਗੁਰੂ ਦੇ ਪਿਆਰੇ। ਇਸ ਵਾਸਤੇ ਰੰਗ ਸੇਬ ਜੇ ਤੂੰ ਕਹੇ ਕਿ ਸੰਗ ਮਾਮ ਇਨਸਾਫ ਕਮਾਈ। ਤੈਨੂੰ ਦੂਜਾ ਇੱਕ ਹੋਰ ਮਾਣ ਵੀ ਹੈ ਤੇਰੇ ਵਿੱਚ ਵੀ ਮੈਂ ਜਿਹੜੀ ਕਮਾਈ ਹੈ ਨਾ ਉਹ ਬੜੀ ਇਨਸਾਫ ਦੀ ਕਰਦਾ ਹਾਂ ਪਿਆ। ਸੋ ਸੂੰਦੀ ਕਰ ਕਾਨ ਕੋ ਸਭ ਕਹੋ ਬਣਾਈ। ਲੋ ਸਾਧ ਸੰਗਤ ਚ ਰੰਗਜ਼ੇਬ ਸੱਚੇ ਪਾਤਸ਼ਾਹ ਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਰੰਗਜ਼ੇਬ ਮੇਰੀਆਂ ਗੱਲਾਂ ਕੰਨ ਦੇ ਕੇ ਸੁਣ ਲਈ ਜਰਾ ਕੋ। ਖਬਰ ਕਰਦੇ ਨੇ ਸਾਧ ਸੰਗਤ ਚ ਆਪਣੀ ਇਹ ਨਾ ਕਿ ਤੂੰ ਕਿਸੇ ਪਾਸੇ ਧਿਆਨ ਕਿਸੇ ਪਾਸੇ ਕਰ ਛੱਡੇ ਤੇ ਕੰਨ ਕਿਸੇ ਪਾਸੇ ਕਰ ਸੁਣ ਕਿਸੇ ਪਾਸੇ ਛੱਡੇ ਨਾ। ਮੇਰੀ ਗੱਲ ਕੰਨ ਦੇ ਕੇ ਸੁਣ ਜਾ, ਧਿਆਨ ਦੇ ਕੇ ਸੁਣ ਮੇਰੀ ਗੱਲ। ਏਕ ਸਿਲਾ ਭਰ ਵਰਤ ਤੋ ਕਿਸ ਗ੍ਰਾਮ ਨਾ ਰੋਕਾ। ਕਿਤਨੀ ਕਮਾਲ ਹੈ ਸਾਗ ਰੰਗਜ਼ੇਬ। ਦੱਸ ਅੱਜ ਤੂੰ ਜਿਹੜਾ ਕਿਲੇ ਨੂੰ ਆ ਕੇ ਘੇਰਾ ਪਾਇਆ ਇਹ ਮੈਂ ਕਿਸੇ ਦਾ ਕੋਈ ਪਿੰਡ ਰੋਕਿਆ, ਕੋਈ ਜਗ੍ਹਾ ਕਿਸੇ ਦੀ ਮੱਲੀ ਹੈ, ਕੋਈ ਧਰਤੀ ਧੱਕੇ ਨਾ ਕਿਸੇ ਦੀ ਲਈ ਹੈ। ਉਹ ਰੰਗਜ਼ੇਬ ਉਹ ਤੂੰ ਆਪਣੇ ਮਨ ਚ ਵਿਚਾਰ ਤੇ ਕਰ ਜਰਾ ਕੋ। ਮੈਂ ਕੋਈ ਧੱਕੇ ਨਾ ਕਿਸੇ ਦੀ ਧਰਤੀ ਤੇ ਕਬਜ਼ਾ ਨਹੀਂ ਕੀਤਾ। ਇਹ ਮੇਰੇ ਪਿਓ ਗੁਰੂ ਤੇਗ ਬਹਾਦਰ ਨੇ ਮਊ ਰਾਜੇ ਦੇ ਕੋਲੋਂ ਉਦੋਂ 72,000 ਦੀ ਜਗ੍ਹਾ ਖਰੀਦੀ ਸੀ ਤੇ ਮੈਂ ਉੱਥੇ ਆ ਗਿਆ ਡੇਰਾ ਲਾ ਲਿਆ ਕੇ ਸਾਧ ਸੰਗਤ ਚ। ਮੈਂ ਕੋਈ ਜ਼ਬਰਦਸਤੀ ਨਹੀਂ ਕੀਤੀ ਕਿਸੇ ਦੇ ਨਾਲ। ਦੇਸ਼ ਮੁਲਕ ਨੇ ਰੋਕਿਆ ਬਿਨ ਦਾਵੇ ਓਕਾ। ਕੋਈ ਤੇਰੇ ਨਾਲ ਕੋਈ ਤੇਰੇ ਦੇਸ਼ ਤੇ ਕਬਜ਼ਾ ਕਰਨ ਦਾ ਜਾਂ ਕਿਸੇ ਇਲਾਕੇ ਤੇ ਕਬਜ਼ਾ ਕਰਨ ਦਾ ਕੋਈ ਮੈਂ ਹਰਕਤ ਨਹੀਂ ਕੀਤੀ ਕਿਸੇ ਪ੍ਰਕਾਰ ਦੀ। ਕਿਸਕੋ ਦਿਆ ਨ ਖਾਓ ਤੋ ਪ੍ਰਭ ਦੇ ਸੁਖਾਓ। ਰੰਗਜ਼ੇਬ ਉਹ ਮੈਂ ਕਹਿੰਦਾ ਦਿੱਤਾ ਖਾਣਾ ਪਿਆ ਸਾਧ ਸੰਗਤ ਚ। ਗੱਲ ਸੁਣ ਦਸਮੇਸ਼ ਪਾਤਸ਼ਾਹ ਦੀ। ਮੈਂ ਕਹਿੰਦਾ ਦਿੱਤਾ ਨਹੀਂ ਖਾਂਦਾ ਪਿਆ। ਇਸ ਵਾਸਤੇ ਰੰਗਜ਼ੇਬ ਮੇਰਾ ਧਿਆਨ ਦੇ ਗੱਲ ਦਾ। ਏਕ ਅਕਾਲ ਆਰਾਧ ਤੋ ਕਿਸਕੋ ਨਾ ਦਿਖਾਵੋ। ਇੱਕ ਉਸ ਅਕਾਲ ਪੁਰਖ ਦੀ ਸਿਰ ਪੂਜਾ ਕਰਨਾ ਪਿਆ ਸਾਧ ਸੰਗਤ ਚ। ਉਸ ਅਕਾਲ ਪੁਰਖ ਦੀ ਬੰਦਗੀ ਕਰਨਾ ਪਿਆ, ਜਪ ਕਰਨਾ ਪਿਆ, ਤਪ ਕਰਨਾ ਪਿਆ। ਕਿਸੇ ਨੂੰ ਦਿਖਾਉਂਦਾ ਨਹੀਂ ਔਰ ਦੂਜੇ ਨੂੰ ਉਪਦੇਸ਼ ਕਰਨਾ ਪਿਆ ਕਿਸੇ ਨੂੰ ਦਿਖਾਓ। ਤੁਸੀਂ ਵੀ ਨਾ ਕਿਸੇ ਨੂੰ ਦਿਖਾਓ ਕਿ ਕਿਸੇ ਨੂੰ ਦੁੱਖ ਨਾ ਦਿਓ। ਪ੍ਰਥਮ ਬਾਪ ਮਮ ਕੈਦ ਕਰ ਦੀਨੋ ਮਰਵਾਈ। ਹੁਣ ਅਗਲੀ ਗੱਲ ਸੁਣ। ਕਹਿੰਦੇ ਰੰਗਜ਼ੇਬ ਪਹਿਲਾਂ ਤੂੰ ਸਾਰਿਆਂ ਤੋਂ ਕੀ ਕੀਤਾ? ਮੇਰੇ ਬਾਪ ਨੂੰ ਕੈਦ ਕੀਤਾ ਸਾਧ ਸੰਗਤ ਚ। ਇਸ਼ਾਰਾ ਕਿਹਦੇ ਵੱਲ ਹੈ? ਗੁਰੂ ਤੇਗ ਬਹਾਦਰ ਵੱਲ ਸਾਧ ਸੰਗਤ ਚ। ਤੂੰ ਮੇਰੇ ਬਾਪ ਨੂੰ ਕੈਦ ਕਰ ਲਿਆ। ਕੈਦ ਕੀ ਕੀਤਾ?
ਉਹਨੂੰ ਸ਼ਹੀਦ ਕਰਤਾ, ਮਾਰ ਦਿੱਤਾ ਉਸ ਨੂੰ। ਐਸੀ ਦਗੇ ਬਹਾਦਰੀ ਕਰ ਮਨ ਗਰਬਾਈ। ਇਹ ਤੇਰੇ ਅੰਦਰ ਹੰਕਾਰ ਬੋਲਦਾ ਪਿਆ ਸਾਧ ਸੰਗਤ ਚ। ਸਜਣੋ, ਕਿਸੇ ਦੇ ਮੱਥੇ ਤੇ ਨਹੀਂ ਲਿਖਿਆ ਜਾਂਦਾ ਵੀ ਹੰਕਾਰੀ ਬੰਦਾ ਹੈ। ਧਿਆਨ ਦਿਓ ਮੇਰੀ ਗੱਲ ਦਾ। ਉਹਦੀ ਗੱਲ ਤੋਂ ਪਤਾ ਲੱਗ ਜਾਂਦਾ ਇਹਦੇ ਚ ਹੰਕਾਰ ਬੋਲਦਾ ਸਾਧ ਸੰਗਤ ਚ। ਕਿਉਂ ਪਤਾ ਲੱਗੇਗਾ? ਜਦੋਂ ਤੁਸੀਂ ਕਿਸੇ ਨੂੰ ਜਾਇਜ਼ ਗੱਲ ਆਖੋਗੇ ਨਾ, ਕਿਸੇ ਨੂੰ ਸਿਆਣੀ ਗੱਲ ਆਖੋਗੇ, ਉਹਨੂੰ ਭੈੜੀ ਲੱਗੇਗੀ। ਸਮਝੋ ਉਹਦੇ ਹੰਕਾਰ ਬੋਲਦਾ ਪਿਆ ਸਾਧ ਸੰਗਤ ਚ। ਜਦੋਂ ਚਾਹ ਕੇ ਚੰਗੀ ਗੱਲ ਵੀ ਆਹ ਆਪਣੀ ਮੱਤ ਛੱਡ ਦੇ, ਆਹ ਆਪਣੀ ਜਿੱਦ ਛੱਡ ਦੇ ਤੇ ਆਹ ਧਾਰਨ ਕਰ ਲੈ, ਉਹ ਨਹੀਂ ਮੰਨਦਾ, ਸਮਝੇ ਤੇ ਹੰਕਾਰ ਹੈ ਸਾਧ ਸੰਗਤ ਚ। ਬਸ ਇੰਨੀ ਗੱਲ ਹੈ ਗੁਰੂ ਦੇ ਪਿਆਰੇ। ਔਰੰਗਜ਼ੇਬ, ਉਹ ਤੇਰੇ ਅੰਦਰ ਇੰਨਾ ਹੰਕਾਰ ਵੀ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਤੇ ਤੂੰ ਦਰਵੇਸ਼ਾਂ ਨਾਲ ਇਸ ਤਰ੍ਹਾਂ ਪਿਆ ਕਰਨਾ, ਫਕੀਰਾਂ ਨਾਲ ਇਸ ਤਰ੍ਹਾਂ ਕਰਨਾ ਪਿਆ ਸਾਧ ਸੰਗਤ ਚ। ਕੀ ਕੀਤਾ ਤੂੰ? ਜੈਸਾ ਬੇਅਨਸਾਫ ਤੂੰ ਤੈਸੂ ਸਭ ਰਾਜੇ। ਓਏ ਜਿਵੇਂ ਤੂੰ ਬੇਇਨਸਾਫ ਹੈ, ਤੇਰੇ ਜੇ 22 ਧਾਰ ਦੇ ਸਾਰੇ ਰਾਜੇ ਬੇਇਨਸਾਫੇ ਨੇ ਸਾਧ ਸੰਗਤ ਚ, ਤੂੰ ਕੱਲਾ ਨਹੀਂ। ਕਹਿੰਦੇ ਨੇ ਨਦੀ ਕਿਨਾਰੇ ਬ੍ਰਿਛ ਜੋ ਪਰ ਘਰ ਜਾਵੇ ਨਾਰ, ਮੰਤਰੀ ਦੇ ਬਿਨ ਭੂਪਤੀ ਨਾਸ ਹੋਤ ਇਹ ਸਾਰ ਸਾਧ ਸੰਗਤ ਚ। ਔਰੰਗਜ਼ੇਬ, ਉਹ ਜਿਹੜਾ ਨਦੀ ਦੇ ਕਿਨਾਰੇ ਤੇ ਬ੍ਰਿਛ, ਉਹਦੀ ਮਨਿਆਦ ਕੋਈ ਨਹੀਂ ਸਾਧ ਸੰਗਤ ਚ। ਕਹਿੰਦਾ ਪਰ ਕਰ ਜਾਵੇ, ਜਿਹਦੇ ਨਜਾਇਜ਼ ਸੰਬੰਧ ਨੇ ਤੇ ਪਰਾਏ ਘਰ ਜਾ ਕੇ ਆਪਣਾ ਵਿਸ਼ਾ ਵਿਕਾਰ ਭੋਗਦਾ, ਉਸ ਮਨੁੱਖ ਦੀ ਕੋਈ ਮਨਿਆਦ ਨਹੀਂ ਸਾਧ ਸੰਗਤ ਚ। ਸ਼ਾਸਤਰ ਦੇ ਮੱਤ ਨੇ ਗੁਰੂ ਦੇ ਪਿਆਰੇ, ਤਿੰਨਾਂ ਤੇ ਜਿਹੜਾ ਤਗੜੇ ਹੋਣਾ ਸਾਧ ਸੰਗਤ ਚ। ਨਜਾਇਜ਼ ਸੰਬੰਧ ਹੈ ਤਾਂ ਉਹਦੇ ਘਰ ਜਾਂਦਾ ਹੈ, ਉਸ ਮਨੁੱਖ ਦੀ ਕੋਈ ਮਨਿਆਦ ਨਹੀਂ ਗੁਰੂ ਦੇ ਪਿਆਰੇ। ਜਿਸ ਇਨਸਾਨ ਦੇ ਸਲਾਹਕਾਰ ਭੈੜੇ ਨੇ ਸਾਧ ਸੰਗਤ ਚ, ਉਹਦੀ ਕੋਈ ਮਨਿਆਦ ਨਹੀਂ ਗੁਰੂ ਦੇ ਪਿਆਰੇ। ਜਿਹਦਾ ਸਲਾਹਕਾਰ ਭੈੜਾ ਸਾਧ ਸੰਗਤ ਚ। ਔਰੰਗਜ਼ੇਬ, ਓਏ ਤੂੰ ਆਪ ਵੀ ਚੰਦਰਾ ਤੇ ਤੇਰੇ ਜਿਹੜੇ ਸਾਰੇ 22 ਧਾਰ ਦੇ ਰਾਜੇ ਨੇ, ਤੈਨੂੰ ਕੋਈ ਨਹੀਂ ਕਹਿੰਦਾ ਵੀ ਤੂੰ ਮਾੜਾ ਕਰਨਾ ਪਿਆ, ਕੋਈ ਨਹੀਂ ਕਹਿੰਦਾ ਪਿਆ। ਜਿਵੇਂ ਤੂੰ ਬੇਇਨਸਾਫ ਹੈ, ਉਹ ਸਾਰੇ ਉਹ ਵੀ ਬੇਇਨਸਾਫੀ ਸਾਰੇ ਚੱਲਦੇ ਨੇ ਪਏ। ਸਿੱਖ ਸੰਗਤ ਮਮ ਮਾਰ ਕਰ ਬਕੀਨ ਅਕਾਜੇ। ਆਹ ਕੰਮ ਕਰਨਾ ਪਿਆ ਮੇਰੇ ਸਿੱਖਾਂ ਨੂੰ, ਸਿੱਖਣੀਆਂ ਨੂੰ। ਇਹਨੇ ਦੁਸ਼ਟ ਇਹਨੇ ਕਸ਼ਟ ਦੇਣਾ ਪਿਆ, ਇੰਨੀਆਂ ਉਹ ਕੁਰਬਾਨੀਆਂ ਕਰਦੇ ਨੇ ਪਏ ਤੇ ਤੂੰ ਉਹਨਾਂ ਨੂੰ ਤਸ਼ੱਦਦ ਕਰਨਾ ਉਹਨਾਂ ਤੇ ਪਿਆ। ਸਿੱਖਣੀਆਂ ਗਨ ਹਨ ਪਈ ਦਈ ਬਲੂਟ ਖਜ਼ਾਨੇ। ਇਸ ਮੁਗਲ ਖਾਨਦਾਨ ਨੇ ਇਸਤਰੀ ਜਾਤ ਤੇ ਕੀ ਤਸ਼ੱਦਦ ਕੀਤੀ ਸਾਧ ਸੰਗਤ ਜੀ, ਸੁਣਿਆ ਪੜਿਆ ਨਹੀਂ ਜਾਂਦਾ ਗੁਰੂ ਦੇ ਪਿਆਰੇ। ਇੰਨੀਆਂ ਅਣਹੋਣੀਆਂ ਗੱਲਾਂ ਕੀਤੀਆਂ ਸਾਧ ਸੰਗਤ ਜੀ। ਇਸ ਵਾਸਤੇ ਔਰੰਗਜ਼ੇਬ ਬੇਇਨਸਾਫੀ ਕਰੀ ਮਨ ਸਮਝ ਆਣੇ। ਹੈ ਹਿੰਦੁਸਤਾਨ ਦਾ ਬਾਦਸ਼ਾਹ, ਕਹਿੰਦੇ ਤੂੰ ਅਣਜਾਣਾ ਤੂੰ ਸਾਧ ਸੰਗਤ ਚ। ਹਿੰਦੁਸਤਾਨ ਦੇ ਬਾਦਸ਼ਾਹ ਨੂੰ ਆਖਣਾ ਕੌਣ ਆਖਦਾ ਗੱਲ ਹੈ? ਆਖਣੀ ਸਾਧ ਸੰਗਤ ਜੀ। ਇੱਥੇ ਤੁਸੀਂ ਕੋਈ ਆਪਣੀ ਵਿੱਚ ਹੀ ਕੋਈ ਵੇਖੋ, ਕੋਈ ਅਮੀਰ ਬੰਦਾ ਹੈ, ਉਹ ਕੋਈ ਕਿਸੇ ਪ੍ਰਕਾਰ ਦੀ ਕੁਰੀਤੀ ਕਰੇ ਨਾ, ਉਹਨੂੰ ਆਖਣ ਤੇ ਬੜਾ ਮੁਸ਼ਕਿਲ। ਉਹਨੂੰ ਆਖਣਾ ਫਿਰ ਤੂੰ ਮਾੜਾ ਕੰਮ ਕਰਨਾ ਪਿਆ। ਗਰੀਬ ਤੇ ਸਾਰੇ ਆਖ ਲੈਂਦੇ ਆ, ਮਾੜੇ ਦੇ ਮਿੰਟ ਹੀ ਨਾ ਦੇ ਤਾਂ ਬਾਹਰ ਨਿਕਲ ਜਾ ਹੁਣੇ ਤੂੰ। ਅਮੀਰ ਨੂੰ ਕੋ ਆ ਕੇ ਆਖੋ ਸਾਧ ਸੰਗਤ ਚ। ਇਹ ਕੌਣ ਆਖਦਾ ਹੈ? ਇਹ ਗੁਰੂ ਦੀ ਤਾਕਤ ਹੈ ਸਾਧ ਸੰਗਤ ਚ। ਇਹ ਸਤਿਗੁਰੂ ਦੀ ਤਾਕਤ ਹੈ ਗੁਰੂ ਦੇ ਪਿਆਰਿਓ। ਓਏ ਅਣਜਾਣਾ ਤੂੰ ਅਣਜਾਣਿਆਂ ਵਾਲੇ ਕੰਮ ਕਰਨਾ ਪਿਆ। ਬੇਨਿਆਈ ਹੈ ਤੁਧ ਕਰ ਪ੍ਰਭ ਕੀ ਕਰ ਨਾਹੀ। ਰੰਗ ਸੇ ਮੇਰੀ ਗੱਲ ਸੁਣ ਜਰਾ ਧਿਆਨ ਦੇ ਨਾਲ। ਇਹ ਬੇਨਿਆਈ ਜਿਹੜੀ ਆ ਤੇਰੇ ਦਰਬਾਰ ਦੇ ਵਿੱਚ ਖੁਦਾ ਦੇ ਘਰ ਨਹੀਂ ਹੋਣੀ ਹੈ ਸਾਧ ਸੰਗਤ ਜੀ। ਉਹਨੇ ਜਿਹੜਾ ਤਗੜਾ ਕਰਦੇ ਨੇ ਪਏ। ਰੰਗ ਸੇ ਬਈ ਇੱਥੇ ਕਰ ਜੋ ਨਿਆਈ ਕਰਨੀ ਆ। ਤੂੰ ਮਰਨਾ, ਇੱਥੋਂ ਜਾਣਾ, ਅਗਾਂਹ ਜਾਣਾ, ਉੱਥੇ ਬੇਨਿਆਈ ਹੋਣੀ, ਉੱਥੇ ਨਿਆਂ ਹੋਣਾ। ਕਿਉਂਕਿ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਨਾਨਕ ਆਖੈ ਰੇ ਮਨਾ ਸੁਣੀਐ ਸਿੱਖ ਸਹੀ, ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਤਲਬਾ ਪਉਸਨ ਆਕੀਆਂ ਬਾਕੀ ਜਿੰਨਾ ਰਹੀ, ਅਜ਼ਰਾਈਲ ਫਰੇਸਤਾ ਹੋਸੀ ਆਏ ਤਈ, ਆਮਣ ਜਾਣ ਨ ਸੁਜੀ ਪੀੜੀ ਗਲੀ ਫਹੀ, ਤੇ ਕੂੜ ਨੇ ਖੁੱਟਾ ਨਾਨਕਾ ਓੜਕ ਸੱਚ ਰਹੀ। ਸਾਧ ਸੰਗਤ ਔਰੰਗਜ਼ੇਬ ਇੱਥੇ ਤੇ ਬੇ ਨਹੀਂ ਹੋਏਗੀ, ਪਰ ਭਗਵਾਨ ਦੀ ਦਰਗਾਹ ਦੇ ਵਿੱਚ, ਅੱਲਾਹ ਖੁਦਾ ਦੀ ਦਰਗਾਹ ਚ ਬੇਨਿਆਈ ਨਹੀਂ ਉੱਥੇ ਹੋਣੀ। ਭਲੀ ਬੁਰੀ ਜਦ ਕਰਤਾ ਹੈ ਤਸ ਫਲ ਸੋ ਪਾਈ। ਇਹ ਤੇ ਭਾਈ ਸਾਰਿਆਂ ਦੇ ਵਾਸਤੇ ਸਾਧ ਸੰਗਤ, ਜਿਹੋ ਚਾਹੇ ਭਲੀ ਕਰੋਗੇ ਉਹਦਾ ਭਲਾ ਫਲ ਪ੍ਰਾਪਤ ਹੋਏਗਾ, ਬੁਰੀ ਕਰੋਗੇ ਤਾਂ ਉਹਦਾ ਬੁਰਾ ਫਲ ਪ੍ਰਾਪਤ ਹੋਵੇਗਾ। 10 ਲੱਖ ਤੁਰਕ ਪਹਾੜੀਏ ਘੇਰਾ ਬੜ ਕੀਨਾ। ਤੂੰ ਫੇਰ ਕੀ ਕੀਤਾ? 10 ਲੱਖ ਪਹਾੜੀਏ ਇਕੱਠੇ ਕਰਕੇ ਤੂੰ ਆ ਕੇ ਫਿਰ ਮੈਨੂੰ ਘੇਰਾ ਪਾ ਲਿਆ। ਕਸਮ ਜੋ ਗਊ ਕੁਰਾਨ ਕੀ ਕਰ ਖੰਡਨ ਕੀਨਾ। ਰੰਗ ਸੇਬ ਤੇਰਾ ਕੁਰਾਨ ਇਹ ਕਹਿੰਦਾ ਪਿਆ, ਕੁਰਾਨ ਸ਼ਰੀਫ ਇਹ ਕਹਿੰਦਾ ਪਿਆ, ਤੂੰ ਗਊ ਦੀ ਕਸਮ ਖਾ ਕੇ ਤੇ ਫਿਰ ਮੇਰੇ ਨਾਲ ਛਲ ਕੀਤਾ। ਸਾਧ ਸੰਗਤ ਚ ਅਸਾਂ ਤੇ ਆਪਣਾ ਧਰਮ ਸਮਝਿਆ
ਵੀ ਗਊ ਦੀ ਕਸਮ ਖਾਂਦਾ ਪਿਆ ਤੇ ਹੁਣ ਆਪਣੇ ਈਮਾਨ ਤੇ ਰਵੇਗਾ, ਤੇ ਤੂੰ ਕਿਹੜੇ ਪਾਸੇ ਚੱਲ ਪਿਆ। ਨੀਸੇ ਜਬਾਂ ਵਹਿਰ ਕੋ ਦਲ ਪਾਛੇ ਸਾਰਾ। ਜਦੋਂ ਕਿਲਾ ਖਾਲੀ ਨਾ ਕਰਨ ਸਾਧ ਸੰਗਤ ਜੀ, ਤੇ ਜਿਹੜੀਆਂ ਫੌਜਾਂ ਸਨ ਉਹ ਔਰੰਗਜ਼ੇਬ ਨੂੰ ਪੱਤਰਕਾਰ ਲਿਖਦੇ ਨੇ, ਪਏ ਔਰੰਗਜ਼ੇਬ ਸਾਡੀ ਪੇਸ਼ ਨਹੀਂ ਜਾਂਦੀ ਇੱਥੇ ਕੋਈ ਸਾਧ ਸੰਗਤ ਜੀ। ਫਿਰ ਇਹਨੇ ਗਊ ਦੀ ਕਸਮ ਬਣਾ ਕੇ ਨਾ, ਆਟੇ ਦੀ ਗਊ, ਤੇ ਦਸ਼ਮੇਸ਼ ਪਾਤਸ਼ਾਹ ਆਖਿਆ ਜੀ ਆ ਗਊ ਦੀ ਕਸਮ ਹੈ ਮੈਨੂੰ ਸਾਧ ਸੰਗਤ ਜੀ, ਮੈਂ ਤੁਹਾਨੂੰ ਕੁਛ ਆਖਾਂ ਗੁਰੂ ਦੇ ਪਿਆਰੇ। ਜਦੋਂ ਸਿੱਖਾਂ ਨੂੰ ਪਤਾ ਲੱਗਾ, ਦਸ਼ਮੇਸ਼ ਪਾਤਸ਼ਾਹ ਲੱਗਾ ਤੇ ਕਹਿੰਦੇ ਹੁਣ ਬਸ ਇੱਥੇ ਕੋਈ ਗੱਲ ਨਹੀਂ, ਜਿੱਥੇ ਗਊ ਆ ਗਈ ਹੈ ਨਾ, ਭਾਈ ਦੀ ਮਾਨਤਾ ਕੀਤੀ ਹੈ, ਗਊ ਦੀ ਸਤਿਕਾਰ ਕੀਤਾ ਸਾਧ ਸੰਗਤ ਜੀ, ਬਸ ਉਹ ਕਿਲਾ ਛੱਡ ਦਿਓ ਗੁਰੂ ਦੇ ਪਿਆਰੇ। ਔਰੰਗਜ਼ੇਬ ਓਏ ਅਸਾਂ ਤੇਰੀ ਕਸਮ ਤੇ ਜਿਹੜੀ ਤੂੰ ਖਾਧੀ ਤੇ ਆਪਣਾ ਬਚਨ ਕੀਤਾ, ਪ੍ਰਣ ਕੀਤਾ, ਅਸਾਂ ਉਹਦੇ ਅਨੁਸਾਰ ਕਿਲਾ ਖਾਲੀ ਕਰ ਦਿੱਤਾ, ਤੂੰ ਸਾਡਾ ਪਿੱਛਾ ਕਰਦਾ ਦੁਸ਼ਮਣ ਦੇ ਸਾਧ ਸੰਗ, ਫਿਰ ਤੂੰ ਆਪਣੀ ਜ਼ਬਾਨ ਤੋਂ ਬੇਜ਼ੁਬਾਨਾ ਹੋ ਗਿਆ। ਲਰੀ ਸਿੰਘ ਪੁਨ ਚਲਦ ਹੀ ਚਮਕੌਰ ਸਿਦਾਰਾ। ਲੜਦੇ ਸਿੰਘ ਚਮਕੌਰ ਦੀ ਗੜੀ ਚ ਪਹੁੰਚ ਗਏ। ਸਿੱਖ 40 ਮਮ ਸੰਗ ਥੇ ਸੋ ਲੜ ਕਰ ਜੂਝੇ। ਔਰੰਗਜ਼ੇਬ ਮੇਰੇ ਨਾਲ ਜੇ ਸਿੱਖ ਸੀ ਉਹ ਆਪਣੇ ਲੜਦੇ ਮੈਦਾਨੇ ਜੰਗ ਕਰਦੇ ਇਸ ਮੈਦਾਨੇ ਜੰਗ ਚ ਆਪਣੀਆਂ ਕੁਰਬਾਨੀਆਂ ਦੇ ਦਿੱਤੀਆਂ। ਛੁਦਾਵੰਤ ਸੋ ਕਿਆ ਕਰੇ ਬੇਅੰਤ ਪਹੁੰਚੇ। ਅਖੀਰ ਨੂੰ ਔਰੰਗਜ਼ੇਬ ਕੀ ਕੀਤਾ, ਉਸ ਮੈਦਾਨੇ ਜੰਗ ਚ ਲੜਦੇ ਕੁਰਬਾਨੀਆਂ ਸ਼ਹੀਦ ਕਰਕੇ ਦਰਗਾਹ ਚ ਪਹੁੰਚ ਗਏ। ਸਾਹਿਬਜ਼ਾਦੇ 4 ਹੀ ਛਲ ਕਰ ਮਰਵਾਏ। ਔਰੰਗਜ਼ੇਬ ਤੇਰੇ ਰਾਜ ਦੇ ਵਿੱਚ, ਤੇਰੇ ਦਰਬਾਰ ਚ ਬੱਚਿਆਂ ਤੇ ਰਹਿਮ ਨਹੀਂ ਸਾਧ ਸੰਗਤ ਚ, ਬੱਚਿਆਂ ਤੇ ਰਹਿਮ ਨਹੀਂ ਗਾ। ਜਿਸ ਦਰਬਾਰ ਦੇ ਵਿੱਚ ਬੱਚਿਆਂ ਤੇ ਰਹਿਮ ਨਹੀਂ, ਇਸਤਰੀ ਤੇ ਰਹਿਮ ਨਹੀਂ, ਬੁੱਢੇ ਤੇ ਰਹਿਮ ਨਹੀਂ, ਉਹ ਤੇਰਾ ਕਾਹਦਾ ਜਿਉਣਾ ਸੰਸਾਰ ਦੇ ਵਿੱਚ। ਤੂੰ ਉਹਨਾਂ ਛੋਟਿਆਂ ਸਾਹਿਬਜ਼ਾਦਿਆਂ ਤੋਂ ਇਸ ਤਰ੍ਹਾਂ ਕੀਤਾ, ਉਹਨਾਂ ਨੂੰ ਬੇਰਹਿਮੀ ਦੇ ਨਾਲ ਉਹਨਾਂ ਨੂੰ ਕੁਰਬਾਨ ਕਰਤਾ, ਉਹਨਾਂ ਨੂੰ ਮਾਰ ਖਤਮ ਕਰ ਦਿੱਤਾ। ਕਾਲ ਪੁਰਖ ਮਮ ਰਾਚ ਕਰੀ ਦੇ ਹਾਥ ਬਚਾਏ। ਇੱਕ ਅਕਾਲ ਪੁਰਖ ਨੇ ਰੱਖਿਆ ਕੀਤੀ ਸਾਧ ਸੰਗਤ ਚ। ਚਮਕੌਰ ਦੀ ਗੜੀ ਚੋਂ ਪਤਾ ਕਿਸ ਤਰ੍ਹਾਂ ਨਿਕਲੇ, ਇਤਿਹਾਸ ਮੇਰਾ ਲੰਬਾ ਹੋ ਜਾਏਗਾ ਸਾਧ ਸੰਗਤ ਜੀ, ਕਿਸ ਤਰ੍ਹਾਂ ਨਿਕਲੇ ਗੁਰੂ ਦੇ ਪਿਆਰਿਓ। ਜਦੋਂ ਸਿੰਘ ਸ਼ਹੀਦ ਹੋ ਗਏ ਤੇ 5 ਸਿੰਘ ਰਹਿ ਗਏ ਸਾਧ ਸੰਗਤ ਚ। ਉਹਨਾਂ 5 ਸਿੰਘਾਂ ਨੇ ਸੋਚਿਆ ਭਈ ਜੇ ਦਸ਼ਮੇਸ਼ ਪਾਤਸ਼ਾਹ ਤੇ ਭਾਣਾ ਵਰਤ ਗਿਆ, ਜਿੰਨਾ ਚਿਰ ਚੰਦ ਅਸਮਾਨ ਜ਼ਮੀਨ ਤੇ ਸੂਰਜ ਹੈ, ਸਿੱਖਾਂ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ ਸਾਧ ਸੰਗਤ ਚ, ਇਹ ਨਹੀਂ ਦੁਬਾਰਾ ਜੀਉ ਸਕਣਗੇ। ਫਿਰ ਜੇ ਦਸ਼ਮੇਸ਼ ਪਾਤਸ਼ਾਹ ਤੇ ਭਾਣਾ ਵਰਤ ਗਿਆ ਤੇ ਉਹ ਇਕੱਠੇ ਹੋ ਗਏ, ਬੇਨਤੀ ਕੀਤੀ। ਦਸ਼ਮੇਸ਼ ਪਾਤਸ਼ਾਹ ਕਹਿੰਦੇ ਨੇ ਖਾਲਸਾ ਜੀ ਮੈਨੂੰ ਕੌਣ ਸੂਰਮਾ ਆਖੇਗਾ, ਮੈਨੂੰ ਕੌਣ ਬਹਾਦਰ ਆਖੇਗਾ। ਉਹ ਤੁਹਾਨੂੰ ਮੌਤ ਦੀ ਜੁਬਾੜਾ ਦੇ ਕੇ ਤੇ ਮੈਂ ਤੁਰ ਜਾ ਇੱਥੋਂ ਸਾਧ ਸੰਗਤ ਚ, ਤੁਹਾਨੂੰ ਮੌਤ ਦੇ ਮੂੰਹ ਚ ਪਾ ਕੇ ਤੇ ਮੈਂ ਤੁਰ ਜਾ, ਮੈਨੂੰ ਕੌਣ ਸੂਰਬੀਰ ਆਖੇਗਾ। ਸੇ ਕਹਿੰਦੇ ਨੇ ਪਾਤਸ਼ਾਹ ਬਚਨ ਤੁਹਾਡਾ ਠੀਕ ਹੈ, ਪਰ ਸ਼ਾਸਤਰ ਦਾ ਮਤ ਹੈ ਮੈਦਾਨੇ ਜੰਗ ਦੇ ਵਿੱਚ ਜਿਹੜਾ ਵੀ ਸੂਰਮੇ ਦਾ ਹੱਥ ਉਹਨੂੰ ਚਲਾ ਲੈਣਾ ਚਾਹੀਦਾ ਸਾਧ ਸੰਗਤ ਚ। ਇਸ ਵਾਸਤੇ ਸਾਡੀ ਬੇਨਤੀ ਮੰਨੋ, ਜੇ ਤੁਹਾਡੇ ਤੇ ਭਾਣਾ ਵਰਤ ਗਿਆ ਤੇ ਇਸ ਖਾਲਸੇ ਨੂੰ ਸਦਾ ਵਾਸਤੇ ਹਾਰ ਦਾ ਮੂੰਹ ਵੇਖਣਾ ਪਵੇਗਾ। ਸੱਚੇ ਪਾਤਸ਼ਾਹ ਤੁਸੀਂ ਜਿੱਥੇ ਜਾਓਗੇ ਉੱਥੇ ਆਪਣੀਆਂ ਸੰਗਤਾਂ ਤਿਆਰ ਕਰ ਲੋਗੇ, ਸੰਗਤ ਗੁਰੂ ਨਹੀਂ ਤਿਆਰ ਕਰ ਸਕਦੀ ਸਾਧ ਸੰਗਤ ਚ, ਤੁਸੀਂ ਸੰਗਤ ਤਿਆਰ ਕਰ ਲੋਗੇ, ਸਾਡਾ ਬਚਨ ਮੰਨੋ ਸਾਧ ਸੰਗਤ ਚ। ਫਿਰ ਕਿਸ ਤਰ੍ਹਾਂ ਹੋਇਆ, ਨੰਗੇ ਪੈਰੀ ਉੱਥੋਂ ਨਿਕਲੇ ਗੁਰੂ ਦੇ ਪਿਆਰੇ। ਕਿਤਨਾ ਕਮਾਲ ਹੈ ਸਾਧ, ਨੰਗੇ ਪੈਰੀ। ਇੱਕ ਤਰਲੋਕੀ ਦਾ ਨਾਥ ਅੱਜ ਸ਼ਾਹੀ ਫਕੀਰ ਬਣ ਗਿਆ ਸਾਧ ਸੰਗਤ ਚ, ਨੰਗੇ ਪੈਰੀ ਨਿਕਲੇ। ਜਦੋਂ ਉੱਥੇ ਚੱਲਦੇ ਨੇ, ਰਾਤ ਦਾ ਸਮਾਂ ਸੀ, ਉਜਾੜ ਬਿਆਬਾਨ ਸੀ, ਜੰਗਲ ਸੀ, ਝਾੜੀਆਂ ਦੇ ਨਾਲ ਜਿਹੜੇ ਸਨ ਆਪਣੇ ਗਲ ਦੇ ਕੱਪੜੇ ਉਹ ਵੀ ਲੀਰੋ ਲੀਰ ਹੋ ਗਏ ਸਾਧ ਸੰਗਤ ਚ। ਜਿਹੜਾ ਸਰੀਰ ਸੀ ਉਹ ਵੀ ਛਾਣੀ ਛਾਣੀ ਹੋ ਗਿਆ, ਕੰਡਿਆਂ ਨੇ ਛਾਣੀ ਕਰਤਾ, ਜਿਹੜਾ ਕੰਡਾ ਲੰਘਦਾ ਸਰੀਰ ਤੋਂ ਖੂਨ ਚੱਲਦਾ ਪਿਆ ਸਾਧ ਸੰਗਤ ਚ। ਉਹ ਕੰਮ ਕੀਤਾ ਔਰੰਗਜ਼ੇਬ, ਉਸ ਅਕਾਲ ਪੁਰਖ ਰੱਖਿਆ ਕੀਤੀ ਤੇ ਮੈਨੂੰ ਅਕਾਲ ਹੱਥ ਦੇ ਕੇ ਰੱਖ ਲਿਆ। ਤਬ ਤੁਛ ਪੁੱਛਣ ਹੋਏਗੋ ਖਾਲਕ ਦਰ ਜਾਵੇਂ। ਮੇਰੀ ਗੱਲ ਸੁਣ ਲੈ ਚੰਗੀ ਤਰ੍ਹਾਂ, ਇਹ ਤੈਨੂੰ ਮਾਫ ਨਹੀਂ ਕਰਨਾ। ਤੂੰ ਚੱਲ ਦਰਗਾਹ ਦੇ ਵਿੱਚ, ਮੈਂ ਵੀ ਤੇਰੇ ਪਿੱਛੇ ਆ, ਤੈਨੂੰ ਪੁੱਛਾਂਗਾ ਜਾ ਕੇ ਉੱਥੇ ਸਾਧ ਸੰਗਤ ਚ। ਇੱਥੇ ਨਹੀਂ ਤੇ ਦਰਗਾਹ ਜਾ ਕੇ ਪੁੱਛਾਂਗਾ। ਧਿਆਨ ਮੇਰੇ ਸਭ ਧਿਆਨ ਦਿਓ ਜਿਸ ਗੱਲਾਂ ਦੇ ਗੁਰੂ ਦੇ ਪਿਆਰੇ ਹੋ। ਹਜ਼ੂਰ ਪਾਤਸ਼ਾਹ ਪਤਾ ਗੁਰਬਾਣੀ ਚ ਕੀ ਲਿਖਦੇ ਨੇ, ਮੇਰੇ ਗੱਲ ਫਿਰ ਮੈਂ ਅਰਜ਼ ਕੀਤੀ ਹੈ ਨਾ, ਕਹਿੰਦੇ ਨੇ ਜੇ ਮੁਹਾਕਾ ਘਰ ਮੋਹੇ ਪਿਤਰੀ ਦੇ, ਅੱਗੇ ਵਸਤ ਸਿਆਣੀਆਂ ਪਿਤਰੀ ਚੋਰ ਕਰੇ, ਵੱਡੀਆ ਹੱਥ ਦਲਾਲ ਕੇ ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲਿਆ ਜੇ ਖੱਟਾ ਕਾਲੇ ਦੇ। ਸਾਧ ਸੰਗਤ ਚ ਗੁਰੂ ਸਾਹਿਬਾਂ ਨੇ ਬੜਾ ਯਤਨ ਕੀਤਾ, ਬੜੇ ਢੰਗ ਵਰਤੇ ਨੇ, ਬੜਾ ਯਤਨ ਕੀਤਾ, ਪਰ ਬੰਦਾ ਬਣਦਾ ਨਹੀਂ ਪਿਆ ਸਾਧ ਸੰਗਤ ਚ, ਬਣਦਾ ਨਹੀਂ ਗੁਰੂ ਦੇ ਪਿਆਰੇ। ਜੇ ਮੈਂ ਤੁਹਾਨੂੰ ਦੂਸਰੀ ਦਾ ਲੈ ਕੇ ਜਾਵਾਂ ਨਾ ਥੋੜਾ ਜਿਹਾ, ਗੁਰੂ ਨਾਨਕ ਸੱਚੇ ਪਾਤਸ਼ਾਹ 70 ਸਾਲ ਤੇ 4 ਮਹੀਨੇ ਤੇ 3 ਦਿਨ ਸੰਸਾਰ ਦੀ ਯਾਤਰਾ ਕੀਤੀ ਸਾਧ ਸੰਗਤ ਚ।
ਸਮਾਂ ਆ ਗਿਆ, ਕਰਤਾਰਪੁਰੇ ਚਲੇ ਗਏ। ਕਰਤਾਰਪੁਰੇ ਜਾ ਕੇ ਨਾ ਤੇ ਉਹ ਅਕਾਲ ਪੁਰਖ ਹੁਕਮ ਆ ਗਿਆ, ਆਸਨ ਵਿਛਾਇਆ ਤੇ ਭਾਈ ਲਹਿਣੇ ਉੱਤੇ ਬਿਠਾਇਆ ਸਾਧ ਸੰਗਤ ਚ। ਕਹਿੰਦੇ ਨੇ ਭਾਈ ਲਹਿਣਾ 70 ਸਾਲ ਤੇ 4 ਮਹੀਨੇ ਤੇ 3 ਦਿਨ ਸੰਸਾਰ ਦੀ ਸੇਵਾ ਕੀਤੀ ਹੈ, ਪਰ ਸੰਸਾਰ ਦੇ ਲੋਕਾਂ ਦੇ ਮਨ ਅਜੇ ਵੀ ਨਹੀਂ ਬਦਲੇ ਸਾਧ ਸੰਗਤ ਚ, ਅਜੇ ਨਹੀਂ ਮਨ ਬਦਲੇ ਗੁਰੂ ਦੇ ਪਿਆਰੇ। ਤੇ ਹੁਣ ਤੂੰ ਯਤਨ ਕਰ, ਜੇ ਕਿਤੇ ਸੰਸਾਰ ਦੇ ਲੋਕਾਂ ਦੇ ਮਨ ਬਦਲ ਜਾਣ ਸਾਧ ਸੰਗਤ ਚ, ਮਨ ਬਦਲ ਜਾਣ ਗੁਰੂ ਦੇ ਪਿਆਰੇ। ਕਹਿੰਦਾ 7 ਬਚਨ ਸਾਧ ਸੰਗਤ ਚ। ਬਸ ਬਿਠਾਏ, 5 ਪਰਿਕਰਮਾ ਕੀਤੀਆਂ, 5 ਪੈਸੇ ਰੱਖੇ, ਨਾਰੀ ਰੱਖਿਆ ਤੇ ਮੱਥਾ ਟੇਕ ਦਿੱਤਾ। 10ਵੇਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਭਾਈ ਲਹਿਣ ਜਾ ਕੇ ਖੰਡੂਰ ਸਾਹਿਬ ਵਸਾਇਆ। ਫਿਰ ਜਾ ਕੇ ਸਾਧ ਸੰਗਤ ਚ ਉਹ ਜਿਹੜਾ ਸੀ ਨਾ ਗੁਰੂ ਨਾਨਕ ਦਾ ਬਚਨ ਲੱਗੇ ਪੂਰਾ ਕਰਨ, ਉਪਦੇਸ਼ ਕਰਨ ਦਾ ਹੁਕਮ ਆ ਗਿਆ। ਆਸਨ ਵਿਛਾਇਆ, ਉੱਤੇ ਅਮਰਦਾਸ ਨੂੰ ਬਿਠਾਇਆ ਤੇ ਕਹਿਣ ਲੱਗੇ, ਐ ਪੁਰਖਾ, ਉਹਨਾਂ ਦਾ ਤਖੱਲਸ ਨਾ ਬਹੁਤਾ ਪੁਰਖ ਵਰਤਦੇ ਸਨ ਸਾਧ ਸੰਗਤ ਚ। ਐ ਭਾਈ ਪੁਰਖਾ, ਇਹ ਗੁਰੂ ਨਾਨਕ ਨੇ ਮੈਨੂੰ ਆਖਿਆ ਸੀ। ਕਿਹੜੀ ਗੱਲ? ਭਈ ਸਾਰੀ ਉਮਰ ਸੰਸਾਰ ਦੇ ਲੇਖੇ ਲਾਤੀ ਹੈ, ਪ੍ਰਚਾਰ ਕਰਕੇ ਲੋਕਾਂ ਦੇ ਮਨ ਅਜੇ ਨਹੀਂ ਬਦਲੇ, ਤੇ ਮੈਂ ਵੀ ਯਤਨ ਕਰ ਲਿਆ, ਤੇ ਹੁਣ ਤੂੰ ਯਤਨ ਕਰ ਸਾਧ ਸੰਗਤ ਚ, ਕਿਤੇ ਲੋਕਾਂ ਦੇ ਮਨ ਬਦਲ ਜਾਣ ਗੁਰੂ ਦੇ ਪਿਆਰੇ। ਕਹਿੰਦਾ 7 ਬਚਨ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੱਥਾ ਟੇਕਿਆ, ਅਮਰਦਾਸ ਨੇ ਇਹ ਵਾਗਡੋਰ ਸੰਭਾਲੀ, ਲੱਗੇ ਸੇਵਾ ਕਰਨ। ਸਮਾਂ ਆਇਆ ਤੇ ਆਸਨ ਵਿਛਾਇਆ ਤੇ ਗੁਰੂ ਰਾਮਦਾਸ ਨੂੰ ਬਿਠਾਇਆ ਸਾਧ ਸੰਗਤ ਚ। ਕਹਿਣ ਲੱਗੇ, ਰਾਮਦਾਸ ਓਏ ਆ ਗੁਰੂ ਨਾਨਕ ਨੇ ਗੁਰੂ ਅੰਗਦ ਦੇਵ ਨੂੰ ਆਖੀ ਸੀ ਗੱਲ, ਗੁਰੂ ਅੰਗਦ ਸੱਚੇ ਪਾਤਸ਼ਾਹ ਮੈਨੂੰ ਆਖੀ ਸੀ ਗੱਲ, ਭਈ ਤੂੰ ਯਤਨ ਕਰ ਜੇ ਸੰਸਾਰ ਦੇ ਲੋਕਾਂ ਦੇ ਮਨ ਬਦਲ ਜਾਣ ਸਾਧ ਸੰਗਤ ਚ। ਕਿਤਨਾ ਕਮਾਲ ਹੈ ਸਾਧ ਸੰਗਤ ਚ, ਕਿਤਨਾ ਕਮਾਲ ਹੈ। ਅੱਜ ਦੇ ਸਾਲ ਤੱਕ, ਅੱਜ ਦੇ ਮਹੀਨੇ ਤੱਕ, ਅੱਜ ਦੇ ਦਿਨ ਤੱਕ 538 ਸਾਲ ਹੋ ਗਏ ਨੇ ਨਾਨਕ ਦੇ ਅਵਤਾਰ ਨੂੰ ਸਾਧ ਸੰਗਤ ਚ। 538 ਸਾਲ, 334 ਸਾਲ ਹੋ ਗਏ ਨੇ ਦਸਮੇਸ਼ ਪਾਤਸ਼ਾਹ ਦੇ ਅਵਤਾਰ ਨੂੰ ਸਾਧ ਸੰਗਤ ਚ। 191 ਸਾਲ ਹੋ ਗਏ ਨੇ ਗੁਰੂ ਰਾਮ ਸਿੰਘ ਦੇ ਅਵਤਾਰ ਨੂੰ ਸਾਧ ਸੰਗਤ ਚ। 87 ਸਾਲ ਹੋ ਗਏ ਨੇ ਗੁਰੂ ਜਗਜੀਤ ਸਿੰਘ ਦੇ ਅਵਤਾਰ ਨੂੰ ਸਾਧ ਸੰਗਤ ਚ। 87 ਸਾਲ ਗੁਰੂ ਦੇ ਪਿਆਰੇ। ਭਾਵ ਮਰਜ ਕਰਨਾ ਪਿਆ। ਅੱਜ ਦੇ ਸਾਲ ਤੱਕ, ਅੱਜ ਦੇ ਮਹੀਨੇ ਤੱਕ 538 ਸਾਲ ਹੋ ਗਏ ਨੇ ਲਗਾਤਾਰ ਆਪਾਂ ਉਪਦੇਸ਼ ਸੁਣਨੇ ਪਏ ਸਾਧ ਸੰਗਤ ਜੀ। ਕਿੰਨੇ ਕੁ ਮਨ ਬਦਲ ਗਏ ਨੇ ਗੁਰੂ ਦੇ ਪਿਆਰੇ? ਸੰਸਾਰ ਦੇ ਲੋਕਾਂ ਦੇ ਮਨ ਕਿੰਨੇ ਕੁ ਬਦਲ ਗਏ ਨੇ? ਚੋਰੀ ਯਾਰੀ, ਹੇਰਾ ਫੇਰੀ, ਵਾਲ ਛਾਲ, ਠੱਗੀ, ਚੋਰੀ ਯਾਰੀ ਕਿੰਨੀ ਕੁ ਸੰਸਾਰ ਤੋਂ ਖਤਮ ਕਰ ਦਿੱਤੀ ਹੈ, ਕਿੰਨੀ ਕੁ ਹੋ ਗਈ ਸਾਧ ਸੰਗਤ ਚ। ਇਹ ਤਕਨੀਕਾਂ ਨੇ ਆਪੋ ਆਪਣੀਆਂ ਸਾਧ ਸੰਗਤ ਚ। ਤੁਸੀਂ ਕੋਈ ਡੈਮ ਬਣਾਉਣਾ ਹੋਵੇ ਨਾ, ਡੈਮ ਆ ਗੌਰਮੈਂਟ ਬਣਾਉਂਦੀ ਹੈ ਨਾ ਵੱਡੇ ਵੱਡੇ ਡੈਮ, ਕੋਈ ਡੈਮ 50 ਸਾਲ ਦਾ ਹੈ, ਕੋਈ 40 ਸਾਲ ਦਾ ਹੈ, ਕੋਈ 30 ਸਾਲ ਦਾ ਹੈ। ਜਦੋਂ 10, 20, 30, 40 ਸਾਲ ਡੈਮ ਨੂੰ ਬਣਾਉਂਦੇ ਆ, ਇਹ ਤਿਆਰ ਹੋ ਜਾਂਦਾ, ਉਹ ਫਿਰ ਆਪਣੀ ਪ੍ਰਜਾ ਦੀ, ਦੇਸ਼ ਦੀ ਆਪਣੀ ਸੇਵਾ ਕਰਦਾ ਫਿਰ ਡੈਮ ਸਾਧ ਸੰਗਤ ਚ। ਆ ਬਿਜਲੀ ਦਾ ਪ੍ਰੋਜੈਕਟ ਹੈ, ਪਾਣੀ ਦੇ ਪ੍ਰੋਜੈਕਟ ਨੇ, ਕਿੰਨੀ ਸੇਵਾ ਕਰਦੇ ਨੇ ਸੰਸਾਰ ਦੀ ਸਾਧ ਸੰਗਤ ਚ। ਤੁਸਾਂ ਕੋਈ ਕਿਸੇ ਨੇ ਪੱਥਰ ਦੀ ਮੂਰਤੀ ਬਣਾਉਣੀ ਹੋਵੇ, ਉਸ ਮੂਰਤੀ ਤੁਸੀਂ ਮਹੀਨੇ ਚ, 6 ਮਹੀਨੇ ਚ, ਸਾਲ ਚ, 2 ਸਾਲ ਚ, 4 ਸਾਲ ਚ, 5 ਸਾਲ ਚ ਮੂਰਤੀ ਤਿਆਰ ਕਰ ਦਿੰਦੇ ਹੋ। ਜਦੋਂ ਮੂਰਤੀ ਤਿਆਰ ਹੋ ਜਾਂਦੀ ਆ ਨਾ, ਉਹ ਫਿਰ ਗੱਲਾਂ ਕਰਨ ਲੱਗ ਪੈਂਦੀ ਸਾਧ ਸੰਗਤ ਚ। ਕਰਦੀ ਨਾ ਗੱਲਾਂ, ਕੋਈ ਕਹਿੰਦੇ ਕਮਾਲ ਹੈ ਪੱਥਰ ਦੀ ਮੂਰਤੀ ਬਣਾਉਣ ਵਾਲੇ ਆ, ਕੋਈ ਲੱਕੜ ਦੇ ਬੁੱਤ ਬਣਾਉਣ, ਕਮਾਲ ਲੱਕੜ ਦੀ ਮੂਰਤੀ ਬਣਾਉਣ ਵਾਲੇ ਆ ਸਾਧ ਸੰਗਤ ਚ। ਕਮਾਲ ਹੈ ਗੁਰੂ ਦੇ ਪਿਆਰੇ। ਫਿਰ ਤੁਸਾਂ ਆਪਣਾ ਕੋਈ ਮਕਾਨ ਬਣਾਉਣਾ ਹੈ, ਉਹਨੂੰ 6 ਮਹੀਨੇ ਚ, ਸਾਲ ਚ, 2 ਸਾਲ ਚ, ਉਹ ਜਦੋਂ ਤੁਸੀਂ ਆਪਣੀ ਕੋਠੀ ਤਿਆਰ ਕਰ ਦਿੰਦੇ ਹੋ, ਆਪਣਾ ਮਕਾਨ ਤਿਆਰ ਕਰ ਦਿੰਦੇ ਹੋ, ਉਹ ਫਿਰ ਆਏ ਗਏ ਰਿਸ਼ਤੇਦਾਰ, ਭੈਣ ਭਾਈ, ਸਾਰੇ ਰਾਹੀ ਮੁਸਾਫਰ ਖਲੋ ਖਲੋ ਕੇ ਵੇਖਦੇ ਨੇ, ਕਮਾਲ ਕੋਠੀ ਬਣਾਉਣ ਵਾਲਿਆ ਤੇਰੀ, ਤੂੰ ਕਮਾਲ ਦੀ ਕੋਠੀ ਬਣਾ ਦਿੱਤੀ ਹੈ। ਮੈਂ ਗੱਲ ਕਿਹੜੀ ਕਰਨੀ ਚਾਹੁੰਦਾ ਪਿਆ, ਤੁਸਾਂ ਸਾਲ 2 ਸਾਲ ਚ ਆਪਣੀ ਕੋਠੀ ਮੁਕੰਮਲ ਕਰ ਦਿੱਤੀ, ਉਹ ਕੋਠੀ ਹੁਣ ਤੁਹਾਡਾ ਮਕਾਨ ਗੱਲਾਂ ਪਿਆ ਕਰਦਾ, ਆਏਗੇ ਨੂੰ ਖੁਸ਼ ਕਰਦਾ ਪਿਆ। ਤੁਸਾਂ ਕੋਈ 5-10 ਸਾਲ ਦੇ ਵਿੱਚ ਪੱਥਰ ਦੀ ਮੂਰਤੀ, ਲੱਕੜ ਦੀ ਮੂਰਤੀ ਤਿਆਰ ਕਰ ਦਿੱਤੀ, ਉਹ ਮੂਰਤੀ ਜਿਹੜੀ ਪੱਥਰ ਦੀ ਹੈ, ਲੱਕੜ ਦੀ ਹੈ, ਉਹ ਗੱਲਾਂ ਕਰਨ ਲੱਗ ਪਈ ਹੈ। ਤੁਸਾਂ ਕੋਈ ਬੜੇ ਤੋਂ ਵੱਡਾ ਪ੍ਰੋਜੈਕਟ 20, 30, 40, 50 ਸਾਲ ਚ ਉਹਨੂੰ ਸੰਪੂਰਨ ਕਰ ਦਿੱਤਾ ਹੈ, ਉਹ ਆਪਣੀ ਪ੍ਰਜਾ ਦੀ, ਆਪਣੀ ਦੀ ਸੇਵਾ ਕਰਦਾ ਪਿਆ। ਮੈਂ ਗੱਲ ਹੀ ਕਰਨੀ ਚਾਹੁੰਦਾ ਪਿਆ, ਇਸ ਮਨੁੱਖ ਪ੍ਰੋਜੈਕਟ ਨੂੰ 538 ਸਾਲ ਨੂੰ ਮੁਕੰਮਲ ਕਰਨਾ ਮੁਕੰਮਲ ਹੀ ਨਹੀਂ ਹੁੰਦਾ ਪਿਆ ਸਾਧ ਸੰਗਤ ਚ। ਇਹ ਮੁਕੰਮਲ ਹੀ ਨਹੀਂ ਹੁੰਦਾ ਪਿਆ ਗੁਰੂ ਦੇ ਪਿਆਰੇ। ਇਹ ਹਿਸਾਬ ਲੈ ਪਦੋਂ ਵਿਗੜਦਾ ਕਿਸੇ ਉਧਰ ਦਾ ਪਿਆ ਸਾਧ ਸੰਗਤ ਚ। ਇਹ ਤੁਸੀਂ ਹਿਸਾਬ ਲਾ ਜਿਸ ਗੱਲ ਦਾ, ਇਹਨੂੰ 538 ਸਾਲ ਹੋ ਗਏ ਨੇ ਮੁਕੰਮਲ ਹੁੰਦਿਆਂ, ਅਜੇ ਵੀ ਨਹੀਂ ਹੁੰਦਾ ਪਿਆ ਸਾਧ ਸੰਗਤ ਚ, ਅਜੇ ਵੀ ਨਹੀਂ ਹੁੰਦਾ ਪਿਆ ਗੁਰੂ ਦੇ ਪਿਆਰੇ।
ਮੈਂ ਗੱਲ ਕਰਦਾ ਸੀ ਪਿਆ, ਜੇ ਮੁਹਾਕਾ ਕਰ ਮੋਹੇ ਪਿਤਰੀ ਦੇ। ਗੁਰਬਾਣੀ ਨੇ ਬੜਾ ਵੱਡਾ ਭੰਡਾਰ ਹੈ ਸਾਡੇ ਕੋਲ, ਪਰ ਸਾਡੇ ਮਾੜੇ ਕਰਮ ਨੇ ਸਾਧ ਸੰਗਤ ਚ। ਸਾਡਾ ਕੰਮ ਪੜ੍ਹਨਾ ਵਿਚਾਰ ਦਾ ਕੋਈ ਕੰਮ ਨਹੀਂ ਸਾਡਾ ਸਾਧ ਸੰਗਤ। ਪੜ੍ਹੀ ਜਾਓ ਬਸ, ਇਹਨੂੰ ਸਪੀਕਰਾਂ 'ਚ ਸੁਣਾਈ ਜਾਓ, ਇਹਨੂੰ ਪੜ੍ਹੋ ਕੋਈ ਨਾ। ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਉਹ ਮਨੁੱਖ ਇੱਕ ਮਨੁੱਖ ਦੀ ਚੋਰੀ ਕਰਕੇ, ਹੇਰਾ ਫੇਰੀ ਕਰਕੇ, ਵਲ ਛਲ ਕਰਕੇ ਉਹ ਧਨ ਪਦਾਰਥ ਮਾਲ ਸਬਬ ਲੈ ਆਉਨੇ ਆਪਾਂ ਸਾਧ ਸੰਗਤ ਚ। ਉਹ ਲਿਆ ਕੇ ਤੇ ਅਸਾਂ ਆਪਣੇ ਬਜ਼ੁਰਗਾਂ ਦੇ ਨਿਯੁਕਤ ਦਾਨ ਕਰਾਤਾ ਸਾਧ ਸੰਗਤ ਚ। ਟਪਲਿਆ ਥੋੜਾ ਜਿਹਾ ਗੱਲ ਦੇ ਵਿੱਚ, ਸਮਝਣ ਦਾ ਮੈਂ ਯਤਨ ਕਰਨਾ ਪਰ ਸਮਝਾਉਣ ਦਾ। ਉਹ ਕਿਸੇ ਦਾ ਲੈ ਕੇ ਨਾ ਮਾਲ ਸਬਾਬ ਤੇ ਆਪਣੇ ਬਜ਼ੁਰਗਾਂ ਦੇ ਨਿਯੁਕਤ ਦਾਨ ਕਰ ਦਿੱਤਾ। ਉਹ ਜਿਹਦਾ ਮਾਲ ਸਬਾਬ ਚੁੱਕਿਆ ਨਾ, ਉਹਦੇ ਮਾਪਿਓ ਮਰ ਗਏ ਨੇ ਤੇ ਸਾਡੇ ਮਰ ਗਏ ਨੇ। ਉਹ ਜਦੋਂ ਦਾਨ ਕੀਤਾ ਨਾ, ਤਾਂ ਉਹਦੇ ਮਾਪਿਓ ਸ਼ਾਇਦ ਸਾਡਾ ਮਾਲ ਹੈ ਸਾਧ ਸੰਗਤ ਜੀ, ਇਹ ਤੇ ਮਾਲ ਸਾਡਾ। ਕਹਿੰਦੇ ਨੇ, ਜੇ ਮੁਹਾਕਾ ਕਰ ਮੋਹੇ ਪਿਤਰੀ ਦੇ, ਅੱਗੇ ਵਸਤ ਸਿਆਣੀ ਹੈ। ਪਿਤਰੀ ਉਹ ਸਗੋਂ ਆਪਣੇ ਪਿਤਰਾਂ ਦੀ ਮੁਕਤੀ ਕਰਨ ਦੇ ਵਾਸਤੇ, ਆਪਣੇ ਪਿਤਰਾਂ ਨੂੰ ਮੁਕਤ ਕਰਨ ਦੇ ਵਾਸਤੇ, ਆਪਣੇ ਮਾਂ ਪਿਓ ਦਾ ਬਜ਼ੁਰਗਾਂ ਦਾ ਭਲਾ ਕਰਨ ਵਾਸਤੇ ਦਾਨ ਪੁੰਨ ਕਰਦਾ ਹੈ। ਤੇ ਗੁਰਬਾਣੀ ਕਹਿੰਦੇ ਸਗੋਂ ਚੋਰ ਬਣਾ ਦਿੰਦਾ ਸਗੋਂ ਜਾ ਕੇ ਸਾਧ ਸੰਗਤ ਚ। ਪਰ ਆਪਾਂ ਬਾਜ ਫੇਰ ਨਹੀਂ ਹੁੰਦੇ ਪਏ ਸਾਧ ਸੰਗਤ ਚ, ਬਾਜ ਨਹੀਂ ਹੁੰਦੇ ਪਏ ਗੁਰੂ ਦੇ ਪਿਆਰੇ। ਦਸਮੇਸ਼ ਪਾਤਸ਼ਾਹ ਕਹਿੰਦੇ, ਰੰਗ ਸੇਬ ਤੂੰ ਮਾਰ ਚੱਲ, ਮੈਂ ਤੇਰੇ ਪਿੱਛੇ ਹੋਣਾ। ਇਹ ਗੱਲਾਂ ਤੈਨੂੰ ਪੁੱਛਣੀਆਂ ਨੇ ਜਾ ਕੇ ਸਾਰੀਆਂ ਸਾਧ ਸੰਗਤ ਚ। ਜਿਹੜੇ ਉੱਥੇ ਕਰਨਾ ਨਾ ਪਿਆ, ਇਹ ਤੈਨੂੰ ਕੱਲੀ ਕਲਗਾ ਤੇਰੇ ਕੋਲ ਜਵਾਬ ਲਵਾਂਗਾ ਤੇਰੇ ਕੋਲੋਂ। ਰਾਮਦਾਸ ਕਿਆ ਫੇੜਿਆ ਕਿ ਮੁਖੋ ਅਲਾਵੈ। ਓਏ ਅੱਲਾ ਦਾ ਮਾਰਿਆ, ਖੁਦਾ ਦਾ ਮਾਰਿਆ। ਜਦੋਂ ਆਪਾਂ ਕਹਿੰਦੇ ਆ ਤੇ ਆਪਾਂ ਵੀ ਮੈਂ ਸ਼ਬਦ ਵਰਤ ਲਈ, ਆਪਾਂ ਵੀ ਸਾਧ ਸੰਗਤ ਜੀ। ਓਏ ਅੱਲਾ ਦਾ ਮਾਰਿਆ, ਖੁਦਾ ਦਾ ਮਾਰਿਆ, ਉੱਥੇ ਕੀ ਆਖੇਂਗਾ ਜਾ ਕੇ ਦਰਗਾਹ ਦੇ ਵਿੱਚ? ਕਿਆ ਜਵਾਬ ਤਬ ਦਿਓਗੇ ਤੁਮ ਕਰੀ ਅਨੀਤੀ। ਰੰਗ ਸੇਬ ਤੂੰ ਬਹੁਤ ਅਨੀਤੀਆਂ ਕੀਤੀਆਂ ਨੇ ਸਾਧ ਸੰਗਤ ਚ, ਉੱਥੇ ਜਵਾਬ ਕੀ ਦੇਵੇਂਗਾ ਜਾ ਕੇ ਜਦੋਂ ਤੈਨੂੰ ਪੁੱਛਿਆ ਗਿਆ? ਖਬਰਦਾਰ ਤੂੰ ਹੋਏ ਰਹੋ ਹਵੇ ਹੈ ਪੈ ਪੀਤੀ। ਖਬਰਦਾਰ ਹੋਏ ਤੂੰ ਕਰ ਬੈਠਾ ਹੁਣ ਸਾਧ ਸੰਗਤ ਚ, ਹੁਣ ਬਣ ਕੁਛ ਨਹੀਂ ਸਕਣਾ, ਪਰ ਖਬਰਦਾਰ ਹੋ ਜਾ ਹੁਣ ਤੂੰ, ਤਿਆਰ ਹੋ ਜਾ। ਇਹ ਸਾਰਾ ਲੇਖਾ ਤੈਨੂੰ ਦੇਣਾ ਪੈਣਾ। ਖਾਲਕ ਕੀ ਦਰਗਾਹ ਮੈਂ ਹਉ ਦਾਵਣ ਗੀਰੀ। ਉਸ ਖਾਲਕ ਦੀ ਦਰਗਾਹ ਦੇ ਵਿੱਚ, ਉਸ ਅਕਾਲ ਦਰਗਾਹ ਦੇ ਵਿੱਚ ਤੈਨੂੰ ਸ਼ਰਮਿੰਦਗੀ ਪ੍ਰਾਪਤ ਹੋਵੇਗੀ। ਉਤਰ ਕੋਈ ਨਾ ਆਵੈ ਹਵੇ ਹੈ ਦਿਲਗੀਰੀ। ਗੁਰਬਾਣੀ ਤੁਸੀਂ ਪੜ੍ਹਦੇ ਨਹੀਂ? ਕਹਿੰਦੇ ਨੇ, ਓਏ ਮਨੁੱਖ, ਲਾਲਚ ਲੱਗ ਕੇ ਜਨਮ ਗਵਾਇਆ, ਮਾਇਆ ਭਰਮ ਭੁਲਾਵੇਂਗਾ। ਤਨ ਜੋਬਨ ਕਾ ਗਰਭ ਨਾ ਕੀਜੈ, ਕਾਗਦ ਜਿਉ ਗਲ ਜਾਵੇਂਗਾ। ਜੋ ਜਮ ਆਏ ਕੇਸ ਗੈ ਪਟਕੇ, ਤਾਦਨ ਕਿਛ ਨਾ ਬਸਾਹੇਗਾ। ਸਿਮਰਨ ਭਜਨ ਦਇਆ ਨੇ ਕੀਨੀ, ਤੋ ਮੁਖ ਚੋਟਾਂ ਖਾਹੇਗਾ। ਧਰਮ ਰਾਏ ਜਬ ਲੇਖਾ ਮੰਗਾ, ਕਿਆ ਮੁਖ ਲੈ ਕੇ ਜਾਹੇਗਾ। ਨਹੀਂ ਪੜ੍ਹਦੇ ਤੁਸੀਂ ਸਾਧ ਸੰਗਤ ਚ, ਕੀ ਲੈ ਕੇ ਜਾਵੇਂਗਾ? ਓਏ ਮਨੁੱਖ, ਓਏ ਰੰਗ ਸੇਬ, ਉਸ ਅੱਲਾ ਦੀ ਦਰਗਾਹ ਦੇ ਤੈਨੂੰ ਪੁੱਛਣਾ, ਉੱਥੇ ਜਵਾਬ ਕੀ ਦੇਵੇਂਗਾ? ਜੇ ਤੇ ਦੋਚਕ ਬਣਿਆ ਹੈ ਬਿਨ ਸਾਫਾ ਕਾਰਨ। ਰੰਗ ਸੇਬ ਤੈਨੂੰ ਕੋਈ ਗਿਆਨ ਨਹੀਂ ਹੁੰਦਾ ਪਿਆ। ਆ ਜਿਹੜੇ ਨਰਕ ਨੇ ਨਾ ਸਾਰੇ, ਜਿਨ੍ਹਾਂ ਨੇ ਬੇਨਿਆਈਆਂ ਕੀਤੀਆਂ ਨੇ ਸਾਧ ਸੰਗਤ ਚ, ਦੂਜੋ ਕਦ ਵਾਸਤੇ ਦੋਚਕ ਬਣਾਏ ਨੇ ਸਾਧ ਸੰਗਤ ਚ। ਮੈਂ ਇਸ਼ਾਰਾ ਕੀਤਾ ਸੀ ਤੁਹਾਡੇ ਚਰਨ ਦੇ ਵਿੱਚ ਪਿਆ ਭਈ ਉਸ ਭਗਵਾਨ ਨੇ 18 ਨਰਕ ਬਣਾਏ ਨੇ, 17 ਜਿਹੜੇ ਨੇ ਉਹ ਗੁਪਤ ਨੇ, 18ਵਾਂ ਪ੍ਰਤੱਖ ਕਰ ਦਿੱਤਾ ਵੀ ਉਹਦੇ ਵੱਲੋਂ ਲੋਕੀ ਵੇਖਣ ਤੇ ਤੋਬਾ ਕਰਨ ਸਾਧ ਸੰਗਤ ਚ। ਦੋਜਕ ਸਾਧ ਸੰਗਤ ਚ ਸੱਜਣੋ, ਦੋਜਕ ਗੁਰੂ ਦੇ ਪਿਆਰੇ। ਆਪਾਂ ਹੁਣ ਇੱਥੇ ਸਮਾਪਤੀ ਕਰਨੀ ਹੈ। ਆਹ ਮੇਰੀਆਂ ਗੱਲਾਂ ਸੁਣ ਲਿਓ ਜੇ ਸਾਧ ਸੰਗਤ ਚ। ਸ਼ਾਸਤਰਾਂ ਨੂੰ, ਵੇਦਾਂ ਨੂੰ ਅਥਵਾ ਗੁਰਬਾਣੀ ਨੂੰ ਰਿੜਕਿਆ ਸਾਧ ਸੰਗਤ ਚ, ਰਿੜਕਿਆ ਤੇ ਤੁਹਾਡੇ ਅੱਗੇ ਤੱਤ ਰੱਖਣ ਲੱਗਾ ਸਾਧ ਸੰਗਤ ਚ। ਆਪੋ ਆਪਣੇ ਕਰਮ ਵੇਖ ਲਿਓ। ਦੋਜਕ ਗੁਰੂ ਦੇ ਪਿਆਰਿਓ, ਦੋਜਕ ਅੱਗੇ ਆ ਗਈ ਗੱਲ ਸਾਧ ਸੰਗਤ ਚ। ਦੋਜਕ ਕਿਸੇ ਇਹੋ ਜਿਹੇ ਪਰਿਵਾਰ ਦੇ ਵਿੱਚ, ਕਿਸੇ ਇਹੋ ਜਿਹੇ ਘਰ ਦੇ ਵਿੱਚ, ਕਿਸੇ ਇਹੋ ਜਿਹੇ ਥਾਂ 'ਚ ਜਨਮ ਲੈ ਲੈਣਾ ਜਿੱਥੇ ਸਾਰੂ ਨਾ ਰੋਟੀ ਨਾ ਕੱਪੜਾ ਨਾ ਥਾਂ ਹੀ ਮਿਲੇ ਸਾਧ ਸੰਗਤ ਚ। ਦੋਜਕ ਹੈ ਗੁਰੂ ਦੇ ਪਿਆਰਿਓ, ਤੁਹਾਡੇ ਪਾਪ ਦਾ ਫਲ ਹੈ ਸਾਧ ਸੰਗਤ ਚ। ਸਭ ਆਪਣੇ ਤੇ ਵੇਖੀ ਜਾਇਓ ਜੇ। ਮੈਨੂੰ ਗੱਲ ਨੂੰ ਪ੍ਰਤੱਖ ਲੱਗਾ ਕਰਨਾ। ਸਮੁੰਦਰ ਨੂੰ ਕੁਝ ਚ ਬੰਦ ਕਰਨਾ ਪਿਆ ਤੇ ਤੁਸੀਂ ਤੇ ਆਪਣੇ ਆਪ ਤੇ ਵੇਖੀ ਜਾਇਓ ਜੇ। ਗੱਲ ਤੇ ਹੈ ਨਾ ਪ੍ਰੈਕਟੀਕਲ ਸਾਧ ਸੰਗਤ ਚ, ਇਹ ਰੂਹਾਨੀ ਦੀ ਗੱਲ ਹੈ। ਦੂਜੀ ਗੱਲ ਸਾਧ ਸੰਗਤ ਚ, ਇਸ ਸੰਸਾਰ ਦੇ ਵਿੱਚ ਜਨਮ ਲੈਣਾ ਤੇ ਕਿਸੇ ਪ੍ਰਕਾਰ ਦਾ ਰੋਗੀ ਹੋ ਜਾਣਾ ਸਾਧ ਸੰਗਤ ਚ ਨਰਕ। ਇਹਨੇ ਡਾਕਟਰਾਂ ਦੇ ਹੁੰਦੇ ਆ, ਇਹਨੀਆਂ ਦਵਾਈਆਂ ਹੁੰਦੇ, ਰੋਗ ਹੀ ਨਾ ਹਟੇ ਗੁਰੂ ਦੇ ਪਿਆਰੇ। ਦੋਜਕ ਹੈ ਸਾਧ ਸੰਗਤ ਜੀ। ਕੋਈ ਪਾਪ ਕਰਮ ਕੀਤਾ, ਉਹ ਉਗ ਪਿਆ, ਉਹਨੇ ਫਲ ਦੇ ਦਿੱਤਾ ਸਾਧ ਸੰਗਤ ਚ। ਜਨਮ ਲੈ ਕੇ ਕਿਸੇ ਪ੍ਰਕਾਰ ਦਾ ਅੰਗਹੀਣ ਹੋ ਜਾਣਾ ਸਾਧ ਸੰਗਤ ਚ। ਉਹਦਾ ਕੋਈ ਕਰਮ ਕੀਤਾ ਸੀ,
ਉਹਦਾ ਫਲ ਮਿਲਿਆ, ਅੰਗਹੀਣ ਹੋ ਗਿਆ ਸਾਧ ਸੰਗਤ ਚ। ਭਾਵ ਦੋਨਾਂ ਜੀਆਂ ਦਾ ਸੰਬੰਧ ਹੋ ਗਿਆ, ਵਿਚਾਰ ਨਹੀਂ ਮਿਲੇ ਸਾਧ ਸੰਗਤ ਚ। ਦੋ ਜੱਕਾ ਗੁਰੂ ਦੇ ਪਿਆਰੇ, ਤਤ ਗੱਲਾਂ। ਦੋਨਾਂ ਜੀਆਂ ਦਾ ਸੰਬੰਧ ਹੋ ਗਿਆ, ਰਿਸ਼ਤਾ ਹੋ ਗਿਆ, ਵਿਆਹ ਹੋ ਗਿਆ, ਹੁਣ ਸੰਬੰਧ ਨਹੀਂ, ਵਿਚਾਰ ਨਹੀਂ ਮਿਲੇ ਗੁਰੂ ਦੇ ਪਿਆਰੇ। ਦੋ ਜੱਕਾ ਸਾਧ ਸੰਗਤ ਚ। ਦੋਨਾਂ ਜਦ ਮੇਲ ਹੋ ਗਿਆ, ਔਲਾਦ ਦੀ ਪ੍ਰਾਪਤੀ ਨਹੀਂ ਹੋਈ ਸਾਧ ਸੰਗਤ ਚ। ਦੋ ਜੱਕਾ ਗੁਰੂ ਦੇ ਪਿਆਰੇ, ਸਭ ਧਿਆਨ ਦਿਓ ਜੀ। ਦੋ ਜੱਕਾ ਸਾਧ ਸੰਗਤ ਚ। ਦੋਨਾਂ ਜਦ ਸੰਬੰਧ ਹੋ ਗਿਆ, ਜਵਾਨ ਉਮਰ ਦੇ ਵਿੱਚ ਇੱਕ ਦੀ ਮੌਤ ਹੋ ਗਈ ਸਾਧ ਸੰਗਤ ਚ। ਦੋ ਜੱਕਾ ਗੁਰੂ ਦੇ ਪਿਆਰੇ। ਦੋਨਾਂ ਜੀਆਂ ਦਾ ਸੰਬੰਧ ਹੋਇਆ, ਪੁੱਤਰ ਦੀ ਪ੍ਰਾਪਤੀ ਨਹੀਂ ਹੋਈ ਸਾਧ ਸੰਗਤ ਚ। ਦੋ ਜੱਕਾ ਗੁਰੂ ਦੇ ਪਿਆਰੇ, ਪਾਪ ਦਾ ਫਲ ਹੈ ਸਾਧ ਸੰਗਤ ਚ। ਅਮੀਰੀ ਤੋਂ ਗਰੀਬੀ ਆਉਣ ਲੱਗ ਪਈ ਹੈ, ਦੋ ਜੱਕਾ ਗੁਰੂ ਦੇ ਪਿਆਰੇ। ਗਰੀਬੀ ਤੋਂ ਅਮੀਰੀ ਤੇ ਬਿਸ਼ੱਕ ਆ ਜਾਵੇ, ਪਰ ਪਰਮੇਸ਼ਰ ਦਾ ਦਾਸ ਕਰਿਆ ਕਰੋ, ਅਮੀਰੀ ਤੋਂ ਗਰੀਬੀ ਨਾ ਕਿਤੇ ਆਵੇ ਸਾਧ ਸੰਗਤ ਚ। ਦੋ ਜੱਕਾ ਗੁਰੂ ਦੇ ਪਿਆਰੇ। ਕਿਸੇ ਪ੍ਰਕਾਰ ਦਾ ਕੋਈ ਅਮਲ ਦਾ ਮੁਤਾਜ ਹੋ ਗਿਆ, ਅਮਲੀ ਹੋ ਗਿਆ, ਦੋ ਜੱਕਾ ਗੁਰੂ ਦੇ ਪਿਆਰੇ। ਦੋ ਤੁਹਾਨੂੰ ਦੱਸਣਾ ਪਰ ਦੋ ਕਿਹੜੇ ਨੇ ਸਾਧ ਸੰਗਤ ਚ। ਕਿਸੇ ਪ੍ਰਕਾਰ ਦੀ ਕੋਈ ਕੁਸੰਗਤ ਹੋ ਗਈ ਹੈ, ਕੁਸੰਗੀ ਹੋ ਗਿਆ ਹੈ, ਦੋ ਜੱਕਾ। ਜਦੋਂ ਕਿਸੇ ਸਾਧੂ ਸੰਤਾਂ ਮਹਾਤਮਾ ਦੇ ਬਚਨ, ਗੁਰੂਆਂ ਪੀਰਾਂ ਦੇ ਬਚਨ, ਸ਼ਾਸਤਰ ਵਿੱਚ ਚੰਗੇ ਨਹੀਂ ਲੱਗਣ ਲੱਗੇ, ਦੋ ਜੱਕ ਚਾਗ ਪੈ ਗਿਆ ਸਾਧ ਸੰਗਤ ਚ। ਜੇ ਸਾਧੂ ਸੰਤਾਂ ਮਹਾਤਮਾ ਦੇ ਬਚਨਾਂ ਤੋਂ ਨਫ਼ਰਤ ਕਰੇਗਾ, ਜੇ ਸ਼ਾਸਤਰ ਵੇਦਾਂ ਦੇ ਬਚਨ ਨਫ਼ਰਤ ਕਰ, ਤਾਂ ਨਰਕਾਂ ਨੂੰ ਜਾਵੇਗਾ ਨਾ। ਦੋ ਜੱਕਾ ਗੁਰੂ ਦੇ ਪਿਆਰਿਓ। ਮਹਿਰਜ ਕਰਦਾ ਸੀ ਆਪ ਸੱਜਣਾ ਦੇ ਚਰਨ ਵਿੱਚ, ਸੱਜਣੋ ਇਹ ਸਾਰੇ ਦੋਜਕ ਜੇ ਗੁਰੂ ਦੇ ਪਿਆਰਿਓ। ਜਿਹਦੇ ਜਿੱਤੇ ਮਿਲਦੇ ਨੇ ਸਮਝੋ ਅਸੀਂ ਦੋਜਕ ਚ ਪਏ ਹਾਂ ਗੁਰੂ ਦੇ ਸਾਧ ਸੰਗਤ ਚ। ਕੋਈ ਪਾਪ ਕਰਮ ਕੀਤਾ ਉਹ ਅੱਗੇ ਆ ਗਿਆ ਸਾਧ ਸੰਗਤ ਚ। ਇਸ ਵਾਸਤੇ ਦਸ਼ਮੇਸ਼ ਪਾਤਸ਼ਾਹ ਔਰੰਗਜ਼ੇਬ ਹਿੰਦੁਸਤਾਨ ਦੇ ਬਾਦਸ਼ਾਹ ਮੁਖਾਤਬ ਕਰ, ਔਰੰਗਜ਼ੇਬ ਉਹ ਤੈਨੂੰ ਦੋਜਕਾਂ ਦਾ ਨਹੀਂ ਪਤਾ, ਜਿਹੜੇ ਬੇਨਿਆਈ ਕਰਦੇ ਨੇ ਪਏ, ਜਿਹੜੇ ਪਾਪ ਕਰਮ ਕਰਦੇ ਨੇ ਪਏ, ਉਹਨਾਂ ਵਾਸਤੇ ਦੋਜਕ ਤਿਆਰ ਨੇ। ਸਜਣੋ ਉਹ ਜਿਹੜਾ ਅਕਾਲ ਪੁਰਖ ਹੈ, ਭਗਵਾਨ ਹੈ, ਅੱਲਾ ਹੈ, ਖੁਦਾ ਹੈ, ਉਹ ਮਨੁੱਖ ਨੂੰ ਨਾਲ ਦੀ ਨਾਲ ਭੁਗਤਾਈ ਜਾਂਦਾ ਪਿਆ। ਮਨੁੱਖ ਤੇ ਮਾਇਆ ਇੰਨੀ ਗਾਲਬ ਹੋ ਗਈ, ਪਰਵਾਹ ਹੀ ਨਹੀਂ ਕਰਦਾ ਪਿਆ ਸਾਧ ਸੰਗਤ ਚ। ਨਾਲ ਦੀ ਨਾਲ ਭੁਗਤਾਈ ਜਾਂਦਾ ਪਿਆ, ਉਹ ਪਾਪਾਂ ਨੂੰ ਨਾਲ ਦੀ ਨਾਲ ਭੁਗਤਾਈ ਜਾਂਦਾ ਪਿਆ, ਪਰ ਮਨੁੱਖ ਨਹੀਂ ਸਮਝਦੇ ਪਏ ਸਾਧ ਸੰਗਤ ਚ। ਇਸ ਵਾਸਤੇ ਪ੍ਰਾਰਥਨਾ ਕਰਦਾ ਪਿਆ ਸੱਜਣੋ, ਇਹ ਕਿਤੇ ਪਿੰਗਲਵਾੜੇ ਜਾ ਕੇ ਵੇਖਿਆ ਕਰੋ ਸਾਧ ਸੰਗਤ ਚ। ਪਿੰਗਲਵਾੜੇ ਚ ਜਾਇਓ ਜੇ, ਉੱਥੇ ਪਤਾ ਲੱਗੇਗਾ ਵੀ ਦੋਜਕ ਕੀ ਚੀਜ਼ ਹੈ ਸਾਧ ਸੰਗਤ ਚ। ਔਰੰਗਜ਼ੇਬ ਨੂੰ ਮੁਖਾਤਬ ਕਰਦੇ ਨੇ। ਜਿਸ ਤਰ੍ਹਾਂ ਅੱਗੇ ਆਪ ਪੱਤਰਕਾਰ ਸਰਵਣ ਕਰੋਗੇ, ਇੱਥੇ ਦਾਸ ਬਖਸ਼ਿਸ਼ ਮੰਗਦਾ, ਆਪ ਸਾਧ ਸੰਚਰਨ ਚ ਪ੍ਰਾਰਥਨਾ ਕਰਦਾ ਪਿਆ। ਇਹ ਚਿੱਠੀ, ਇਹ ਖਤ, ਇਹ ਸ਼ਤਰੂ ਤੇ ਜਿੱਤ ਦਸ਼ਮੇਸ਼ ਪਾਤਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਲਿਖਦੇ ਨੇ ਪਏ। ਇਹ ਜਿਸ ਤਰ੍ਹਾਂ ਮੁਕੰਮਲ ਹੋਵੇਗੀ ਤੇ ਉਹ ਪੜ੍ਹੇਗਾ, ਸੁਣੇਗਾ, ਉਹਦਾ ਨਤੀਜਾ ਮੈਂ ਤੁਹਾਡੇ ਚਰਨਾਂ ਚ ਰੱਖ ਹੀ ਦਿੱਤਾ ਹੈ ਵੀ ਨਾਲ ਦੀ ਨਾਲ ਜਦੋਂ ਸਮਝਾ ਮੈਂ ਆ ਵੀ ਕੀਤਾ, ਮੈਂ ਆ ਵੀ ਕੀਤਾ, ਜਿਵੇਂ ਕਿਤੇ ਹਲਟ ਫੇਲ ਹੁੰਦਾ ਨਾ, ਇਸ ਤਰ੍ਹਾਂ ਹੋ ਜਾਣਾ ਸਾਧ ਸੰਗਤ ਚ। ਇਸ ਵਾਸਤੇ ਆਪਣੇ ਬੁਰੇ ਕੰਮਾਂ ਤੋਂ ਬਚਣਾ ਹੈ, ਧਰਮ ਦੀ ਪਾਲਣਾ ਕਰਨੀ ਹੈ, ਉਹ ਸਤਿਗੁਰੂ ਦੇ ਨਾਲ ਸਾਥ ਨਾਲ ਜੁੜ ਕੇ ਰਹਿਣਾ ਹੈ। ਇਸ ਵਾਰ ਦਾਸ ਪ੍ਰਾਰਥਨਾ ਕੀਤਾ ਸੀ, ਮੈਂ ਆਪਣੇ ਪ੍ਰਕਰਨ ਨੂੰ ਸ਼ੁਰੂ ਕੀਤਾ ਸੀ, ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਓ, ਤੇ ਨਾਨਕ ਪੂਰਾ ਪਾਇਆ, ਪੂਰੇ ਕੇ ਗੁਣ ਗਾਓ। ਸਜਣੋ ਇਹ ਆਪਾਂ ਸਾਸੰਗ ਇਸ ਵਾਸਤੇ ਕਰਨੇ ਆ, ਆਪਣੇ ਚ ਜਿਹੜਾ ਅਧੂਰਾਪਨ ਉਹਨੂੰ ਆਪਾਂ ਦੂਰ ਕਰੀਏ ਸਾਧ ਸੰਗਤ ਚ। ਜਿਹੜੀ ਕੋਈ ਆਪਣੇ ਚ ਕਮੀ ਹੈ ਉਹਨੂੰ ਆਪਾਂ ਦੂਰ ਕਰੀਏ ਗੁਰੂ ਦੇ ਪਿਆਰਿਓ। ਇਸ ਵਾਸਤੇ ਸਾਧ ਸੰਗਤ ਦੇ ਲੜ ਲੱਗ ਕੇ, ਗੁਰੂ ਦੇ ਲੜ ਲੱਗ ਕੇ ਆਪਾਂ ਆਪਣੇ ਜੀਵਨ ਨੂੰ ਸਫਲ ਕਰੀਏ। ਇੱਥੇ ਦਾਸ ਬਖਸ਼ਿਸ਼ ਮੰਗਦਾ, ਆਈ ਸਾਸ ਨੂੰ ਜੀਆਂ ਆਖਦਾ, ਅੱਗੋਂ ਜਿਵੇਂ ਗੁਰੂ ਨੂੰ ਭਾਵੇਗਾ ਸੋ ਹੋਵੇਗਾ। ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। हे अच्युत हे पार ब्रह्म अबनासी अगना, हे पूरन हे सर्ब मैं दुख भंजन गुण, हे संगी हे निरंकार, हे निर्गुण सब, हे गोविंद हे गुण निदान, जाके सदा हे अपरंपर हर हरे है पी होवन, हे संतां कै सदा संग ने धाराया, हे ठाकुर हाँ दास रो मैं निर्गुण गुण नहीं को, नानक दीजै नाम दान राखो हिया करो, याही कुल ते प्रगट हो ताही कुल को, पुन द्वादश गुरिंड को मेरी है प्रणाम।